ਦਾ ਯੂਨਿਟ 1 ਕਰਨ ਜਾ ਰਹੇ ਹਾਂ ਜਿਹਦਾ ਨਾਮ ਹੈ ਇੰਟਰੋਡਕਸ਼ਨ ਟੂ ਇਕਨੋਮਿਕਸ ਐਂਡ ਇਕੋਨਮੀ। ਅੱਜ ਅਸੀਂ ਦੇਖਾਂਗੇ ਕਿ ਅਰਥ ਸ਼ਾਸਤਰ ਤੇ ਅਰਥ ਵਿਵਸਥਾ ਕੀ ਹੈ। ਤੇ ਅੱਜ ਦੇ ਇਸ ਟੌਪਿਕ ਦੇ ਵਿੱਚ ਡਿਫਰੈਂਟ ਕਨਸੈਪਟਸ ਨੇ ਜਿਹੜੇ ਆਪਾਂ ਦੇਖਾਂਗੇ, ਜਿਵੇਂ ਕਿ ਮੀਨਿੰਗ ਆਫ ਇਕਨੋਮਿਕਸ ਐਂਡ ਡੈਫੀਨੇਸ਼ਨਸ ਆਫ ਇਕਨੋਮਿਕਸ ਤੇ ਸਕਾਰਸਿਟੀ ਕੀ ਹੁੰਦੀ ਹੈ, ਐਂਡ ਪ੍ਰੋਡਕਸ਼ਨ ਪੋਸਿਬਿਲਿਟੀ ਕਰਵ ਕੀ ਹੁੰਦੀ ਆ, ਐਂਡ ਜਿਹੜੇ ਆਪਣੇ ਸਟਾਕਸ ਤੇ ਫਲੋਜ਼ ਨੇ ਉਹ ਕੀ ਹੁੰਦੇ ਨੇ, ਐਂਡ ਉਸ ਤੋਂ ਬਾਅਦ ਇੰਡਕਟਿਵ ਤੇ ਡਿਡਕਟਿਵ ਰੀਜ਼ਨਿੰਗ ਕੀ ਹੁੰਦੀ ਆ, ਕਿ ਇਕਨੋਮਿਕਸ ਦੀ ਨੇਚਰ ਕੀ ਆ, ਇਕਨੋਮਿਕਸ is a positive or normative science। ਇਹ ਸਾਰੇ ਕਨਸੈਪਟਸ ਆਪਾਂ ਇਸ ਲੈਕਚਰ ਦੇ ਵਿੱਚ ਕਰਾਂਗੇ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਇਕਨੋਮਿਕਸ, ਕਿ ਜਿਹੜੀ ਇਕਨੋਮਿਕਸ ਹੈ ਉਹ ਇਕੋਨਮੀ ਦੇ ਨਾਲ ਰਿਲੇਟ ਕਰਦੀ ਆ, ਕਿ ਇਕਨੋਮਿਕਸ ਤੇ ਇਕੋਨਮੀ ਦੇ ਵਿੱਚ ਕੀ ਡਿਫਰੈਂਸ ਆ। ਤਾਂ ਸਭ ਤੋਂ ਪਹਿਲਾਂ ਇਕਨੋਮਿਕਸ, ਵਾਟ ਇਜ਼ ਦਾ ਮੀਨਿੰਗ ਆਫ ਇਕਨੋਮਿਕਸ, ਵਾਟ ਇਜ਼ ਇਕਨੋਮਿਕਸ। ਕਹਿੰਦੇ ਇਕਨੋਮਿਕਸ ਹੈ ਜਿਹੜਾ ਉਹ ਬਹੁਤ ਪੋਪੂਲਰ ਵਰਡ ਆ, ਜਿਹੜਾ ਯੂਜ਼ਫੁਲ ਕੀਤਾ ਜਾਂਦਾ ਹੈ ਸੋਸ਼ਲ ਸਟੱਡੀਜ਼ ਦੇ ਵਿੱਚ ਵੀ। ਆਪਣੀ ਸੋਸਾਇਟੀ ਨੂੰ ਵੀ ਜਦੋਂ ਆਪਣੇ ਸਟੱਡੀ ਕਰਨਾ ਹੈ ਤਾਂ ਉਹਦੇ ਵਿੱਚ ਵੀ ਇਕਨੋਮਿਕਸ ਰੋਲ ਪਲੇ ਕਰਦਾ ਹੈ। ਕਹਿੰਦੇ ਇਕਨੋਮਿਕਸ ਦੇ ਵਿੱਚ ਜਿਹੜੀਆਂ ਇਕਨੋਮਿਕ ਐਕਟੀਵਿਟੀਜ਼ ਨੇ, ਠੀਕ ਹੈ, ਇੱਕ ਮੈਨ ਦੇ ਨਾਲ ਉਹ ਸਾਰੀਆਂ ਦੇਖੀਆਂ ਜਾਂਦੀਆਂ ਨੇ। ਕਹਿੰਦੇ ਇਕਨੋਮਿਕ ਐਕਟੀਵਿਟੀਜ਼ ਆਰ ਦੋਜ਼ ਐਕਟੀਵਿਟੀਜ਼ ਵਿਚ ਆਰ ਕੰਸਰਨਡ ਵਿਦ ਦਾ efficient use of such scarce means as can satisfy the wants of man। ਇਕਨੋਮਿਕ ਐਕਟੀਵਿਟੀਜ਼ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਕਿਸ ਤਰ੍ਹਾਂ ਜਿਹੜੇ ਸੋਸਾਇਟੀ ਦੇ ਮੈਨ ਨੇ ਉਹ ਆਪਣੀਆਂ ਜਿਹੜੀਆਂ ਡਿਮਾਂਡਸ ਨੇ ਉਹਨਾਂ ਨੂੰ ਪੂਰਾ ਕਰਦੇ ਨੇ। ਜਿਹੜੇ ਸਕਾਰਡ ਰਿਸੋਰਸਿਸ ਨੇ, ਜਿਨ੍ਹਾਂ ਦੀ ਦੁਰਲਭਤਾ ਹੈ, ਆਪਣੀਆਂ ਸੈਟੀਸਫਾਈ ਵਾਂਟਸ ਨੂੰ ਹਰ ਇੱਕ ਮੈਨ ਕਿੱਦਾਂ ਪੂਰਾ ਕਰਦਾ ਹੈ। ਹਿਊਮਨ ਵਾਂਟਸ ਆਰ ਲਿਮਿਟਡ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜਿਹੜੀਆਂ ਸਾਡੀਆਂ ਲੋੜਾਂ ਨੇ ਉਹ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ। ਜਦੋਂ ਇੱਕ ਲੋੜ ਪੂਰੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਆਪਣੀ ਜਿਹੜੀ ਦੂਸਰੀ ਲੋੜ ਹੈ ਉਹ ਕੀ ਹੋ ਜਾਂਦੀ ਹੈ, ਸਟਾਰਟ ਹੋ ਜਾਂਦੀ ਆ। ਕਹਿੰਦੇ as soon as want is satisfied another crops up, other ਜਿਹੜੀਆਂ ਆਪਣੀਆਂ ਨੀਡਸ ਨੇ ਉਹਨਾਂ ਦਾ ਰੀਜ਼ਨ ਹੁੰਦਾ ਹੈ। ਕਹਿੰਦੇ these wants are unlimited। ਤੇ ਜਿਹੜੇ ਇਹਨਾਂ ਨੂੰ ਪੂਰਾ ਕਰਨ ਵਾਲੇ ਰਿਸੋਰਸਿਸ ਨੇ ਉਹ ਕਿਨੇ, ਸਕਾਰਸ ਨੇ। ਉਹਨਾਂ ਦੀ ਕੀ ਆ, ਸਪਲਾਈ ਇਜ਼ ਲੈਸ ਦੈਨ ਡਿਮਾਂਡ। ਤੇ ਜਿਹੜੀਆਂ ਇਹ ਗੁੱਡਸ ਨੇ ਇਹਨਾਂ ਦੀ ਵੀ ਸਪਲਾਈ ਕੀ ਹੁੰਦੀ ਹੈ, ਲੈਸ ਦੈਨ ਡਿਮਾਂਡ ਹੁੰਦੀ ਆ। ਕਹਿੰਦੇ these means have many alternative uses, ਕਿਉਂਕਿ ਜਿੰਨੀਆਂ ਵੀ ਸਾਡੇ ਰਿਸੋਰਸਿਸ ਨੇ ਉਹਨਾਂ ਦੇ ਅਲਟਰਨੇਟਿਵ ਯੂਜ਼ਸ ਨੇ। ਅਲਟਰਨੇਟਿਵ ਯੂਜ਼ਸ ਮੀਨਸ ਕਿ ਇੱਕ ਜਿਹੜੀ ਚੀਜ਼ ਹੈ ਉਹਨੂੰ ਅਸੀਂ ਡਿਫਰੈਂਟ ਯੂਜ਼ਸ ਦੇ ਵਿੱਚ ਵਰਤ ਸਕਦੇ ਹਾਂ। ਜਿਵੇਂ ਕਿ ਮਿਲਕ ਹੈ, ਮਿਲਕ ਦੀ ਡਿਮਾਂਡ ਉਹਦੀ ਸਪਲਾਈ ਦੇ ਨਾਲੋਂ ਜ਼ਿਆਦਾ ਹੈ ਤਾਂ ਉਹਦੇ ਪ੍ਰਾਈਸਿਸ ਇਨਕਰੀਜ਼ ਹੁੰਦੇ ਨੇ, ਕਿਉਂਕਿ ਜਿਹੜਾ ਆਪਣਾ ਮਿਲਕ ਹੈ ਉਹ ਕਿ ਉਹਦੇ ਅਲਟਰਨੇਟਿਵ ਯੂਜ਼ਸ ਨੇ। ਕਿਉਂਕਿ ਮਿਲਕ ਨੂੰ ਆਪਾਂ ਡਿਫਰੈਂਟ ਯੂਜ਼ਸ ਦੇ ਲਈ ਵਰਤਦੇ ਹਾਂ। ਮਿਲਕ ਤੋਂ ਆਪਾਂ ਟੀ ਵੀ ਬਣਾ ਸਕਦੇ ਹਾਂ, ਕਰਡ ਵੀ ਬਣਾ ਸਕਦੇ ਹਾਂ, ਠੀਕ ਹੈ, ਐਂਡ ਫਿਰ ਆਪਾਂ ਦੁੱਧ ਪੀਣ ਲਈ ਵੀ ਵਰਤ ਸਕਦੇ ਹਾਂ, ਚੀਜ਼ ਵੀ ਬਣਾ ਸਕਦੇ ਹਾਂ, ਠੀਕ ਹੈ। ਚੀਜ਼ ਪਨੀਰ ਹੋ ਗਿਆ, ਦਹੀਂ ਹੋ ਗਿਆ, ਲੱਸੀ ਹੋ ਗਈ, ਮੱਖਣ ਹੋ ਗਿਆ, ਸਭ ਕੁਝ ਕਹਿੰਦੇ ਦੁੱਧ ਤੋਂ ਹੀ ਤਿਆਰ ਹੁੰਦਾ ਹੈ। ਦੈਨ ਅਲਟਰਨੇਟਿਵ ਯੂਜ਼ਸ ਕਰਕੇ ਕੀ ਆ, ਜਿਹੜੀ ਹਰ ਇੱਕ ਚੀਜ਼ ਆ ਉਹਦੀ ਸਕਾਰਸਿਟੀ ਆ। ਐਂਡ ਉਸ ਤੋਂ ਬਾਅਦ ਕਹਿੰਦੇ ਸਕਾਰਸਿਟੀ, ਕਹਿੰਦੇ ਜਿਹੜੇ ਸਕਾਰਡ ਮੀਨਸ ਤੇ ਰਿਸੋਰਸਿਸ ਤੇ ਕਿਸ ਤਰ੍ਹਾਂ ਕਹਿੰਦੇ ਇੱਕ ਜਿਹੜਾ ਆਪਣਾ ਮੈਨ ਹੈ ਉਹ ਇਕੋਨਮੀ ਦੇ ਵਿੱਚ ਮੈਕਸਿਮਮ ਸੈਟਿਸਫੈਕਸ਼ਨ ਗੇਨ ਕਰਦਾ ਹੈ ਆਪਣੀ ਲਿਮਿਟਡ ਇਨਕਮ ਦੇ ਨਾਲ। ਤਾਂ ਆਪਾਂ ਕਹਿ ਸਕਦੇ ਹਾਂ ਇਨ ਸ਼ਾਰਟ ਦੇ ਵਿੱਚ, ਕਹਿੰਦੇ ਇਕਨੋਮਿਕਸ ਇਜ਼ ਦਾ ਸਟੱਡੀ ਆਫ ਦੋਜ਼ ਐਕਟੀਵਿਟੀਜ਼ ਆਫ ਹਿਊਮਨ ਬੀਇੰਗਸ which are concerned with the satisfaction of unlimited wants while utilizing limited resources। ਕਹਿੰਦੇ ਇਕਨੋਮਿਕਸ ਜਿਹੜੀ ਹੈ ਉਹ ਹਿਊਮਨ ਬੀਇੰਗਸ ਦੀਆਂ ਉਹਨਾਂ ਇਕਨੋਮਿਕ ਐਕਟੀਵਿਟੀਜ਼ ਦੇ ਨਾਲ ਰਿਲੇਟਡ ਹੈ, ਜਿਨ੍ਹਾਂ ਦੇ ਵਿੱਚ ਕਹਿੰਦੇ ਉਹ ਕੀ ਕਰਦਾ, ਆਪਣੇ ਸਕਾਰ ਰਿਸੋਰਸਿਸ ਨੂੰ ਯੂਜ਼ ਕਰਕੇ ਜਿਹੜੀਆਂ ਆਪਣੀਆਂ ਅਨਲਿਮਿਟਡ ਵਾਂਟਸ ਨੇ ਉਹਨਾਂ ਨੂੰ ਕੀ ਕਰਦਾ ਹੈ, ਸੈਟਿਸਫਾਈ ਕਰਦਾ ਹੈ। ਜਿਹੜਾ ਇਕਨੋਮਿਕਸ ਵਰਡ ਹੈ ਕਹਿੰਦੇ ਇਹ ਟੂ ਗ੍ਰੀਕ ਵਰਡਸ ਤੋਂ ਮਿਲ ਕੇ ਬਣਿਆ ਹੈ। ਤਾਂ ਟੂ ਗ੍ਰੀਕ ਵਰਡਸ ਕਿਹੜੇ ਨੇ, ਓਕਸ ਮੀਨਸ ਹਾਊਸਹੋਲਡ ਐਂਡ ਨੀਮੀਆ ਮੀਨਸ ਟੂ ਮੈਨੇਜ। ਓਕਸ ਪਲਸ ਨੀਮੀਆ, ਹਾਊਸਹੋਲਡ ਪਲਸ ਟੂ ਮੈਨੇਜ, ਕਿ ਹਾਊਸਹੋਲਡ ਨੂੰ ਆਪਾਂ ਨੇ ਕਿੱਦਾਂ ਮੈਨੇਜਮੈਂਟ ਕਰਨਾ। ਹਾਊਸਹੋਲਡ ਮੈਨੇਜਮੈਂਟ ਇਕਨੋਮਿਕਸ ਦਾ ਮਤਲਬ ਹੈ। ਇਟ ਇਜ਼ ਯੂਜ਼ਡ ਟੂ ਕਾਲਡ ਐਜ਼ ਪੋਲੀਟੀਕਲ ਇਕੋਨਮੀ। ਕਹਿੰਦੇ ਇੰਡੀਆ ਦੇ ਵਿੱਚ ਮੋਸਟਲੀ ਇਕੋਨਮੀ ਦੇ ਵਿੱਚ ਵੀ ਜਿਸੇ ਤਰ੍ਹਾਂ ਇੱਕ ਹਾਊਸਹੋਲਡ ਮੈਨੇਜਮੈਂਟ ਦੇ ਵਿੱਚ ਇੱਕ ਹਾਊਸ ਨੂੰ ਮੈਨੇਜ ਕਰਨ ਦੇ ਲਈ ਇਕਨੋਮਿਕਸ ਵਰਡ ਯੂਜ਼ ਕੀਤਾ ਜਾਂਦਾ ਹੈ ਹਿਊਮਨ ਐਕਟੀਵਿਟੀਜ਼ ਦੇ ਲਈ, ਉਸੇ ਤਰ੍ਹਾਂ ਪੂਰੀ ਇਕੋਨਮੀ ਦੇ ਲਈ ਵੀ ਇਹ ਵਰਡ
यूज किया जाता है इकोनमी, जिहदे विच पूरी इकोनमी दियां नीड्स ते स्कारसिटी दी गल कीती जांदी आ। पूरी इकोनमी दे विच कहंदे जिहड़ा है अपना इक्विलिब्रियम दी पोजीशन देखी जाती है कि स्टैबलाइजेशन किवें है, पूरी इकोनमी मैक्सिमम सैटिस्फैक्शन है जिहड़ी ओह किदां गेन करदी आ। ठीक है, ਤਾਂ ਇਹਦੇ ਵਿੱਚ ਕਹਿੰਦੇ ਜਿਹੜੇ ਆਪਣੇ ਪੋਲੀਟੀਕਲਸ ਐਂਡ ਜਿਹੜੇ ਹੈਗੇ ਨੇ ਸੋਸ਼ਲ ਇਫੈਕਟਸ ਵੀ ਪੈਂਦੇ ਨੇ ਇਕਨੋਮਿਕਸ ਬਿਹੇਵੀਅਰ ਤੇ। ਤਾਂ ਕਹਿੰਦੇ ਆਪਾਂ ਕਹਿ ਸਕਦੇ ਹਾਂ ਕਿ ਇਕਨੋਮਿਕਸ ਕੀ ਚੀਜ਼ ਹੈ। ਆ ਸਟੱਡੀ ਆਫ ਇਕਨੋਮਿਕਸ ਇਜ਼ ਰਿਅਲੀ 200 year old in form of which we study economics to is the shape of ਐਡਮ ਸਮਿਥ ਨੇ ਜਿਹੜੇ ਉਹਨਾਂ ਨੂੰ ਫਾਦਰਹੁੱਡ ਆਫ ਇਕਨੋਮਿਕਸ ਕਿਹਾ ਜਾਂਦਾ ਹੈ। ਉਹ ਫਾਊਂਡਰ ਆਫ ਮਾਡਰਨ ਇਕਨੋਮਿਕਸ ਦੇ ਕੀ ਨੇ, ਫਾਊਂਡਰ ਨੇ। ਉਹਨਾਂ ਨੇ ਆਪਣੀ ਫੇਮਸ ਬੁੱਕ ਦੇ ਵਿੱਚ ਜਿਸ ਦਾ ਨਾਮ ਹੈ ਐਨ ਇਨਕੁਆਇਰੀ ਇਨਟੂ ਦਾ ਨੇਚਰ ਐਂਡ ਕਾਜ਼ਸ ਆਫ ਵੈਲਥ ਆਫ ਨੇਸ਼ਨ, ਜੋ ਪਬਲਿਸ਼ ਕੀਤੀ ਸੀ 1776 ਦੇ ਵਿੱਚ, ਉਹਦੇ ਵਿੱਚ ਇਕਨੋਮਿਕਸ ਨੂੰ ਐਕਸਪਲੇਨ ਕੀਤਾ ਹੈ। ਉਸ ਤੋਂ ਬਾਅਦ ਡਿਫਰੈਂਟ ਜਿਹੜੇ ਆਪਣੇ ਇਕਨੋਮਿਸਟ ਨੇ, ਰਿਕਾਰਡੋ ਮਾਰਕਸ ਜੇਬੀ ਸੇ, ਉਹਨਾਂ ਨੇ ਇਸ ਦੇ ਬਾਰੇ ਦੱਸਿਆ ਹੈ। ਤੇ ਕਹਿੰਦੇ ਜਿਹੜੇ ਆਪਣੇ ਪ੍ਰੋਫੈਸਰ ਰਾਂਗਰਰ ਫ੍ਰਿਚ ਨੇ, ਉਹਨਾਂ ਨੇ 1933 ਦੇ ਵਿੱਚ ਇਕਨੋਮਿਕਸ ਨੂੰ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ। ਉਹ 2 ਪਾਰਟਸ ਕਿਹੜੇ ਨੇ ਜਿਹੜੇ ਆਪਾਂ ਡਿਟੇਲ ਦੇ ਵਿੱਚ ਪੜਾਂਗੇ। ਫਰਸਟ ਹੈਗਾ ਮਾਈਕਰੋ ਇਕਨੋਮਿਕਸ, ਸੈਕੰਡ ਹੈਗਾ ਮੈਕਰੋ ਇਕਨੋਮਿਕਸ। ਇਹ 2 ਪਾਰਟਸ ਦੇ ਵਿੱਚ ਉਹਨਾਂ ਨੇ ਕੀ ਆ ਇਕਨੋਮਿਕਸ ਨੂੰ डिफाइन किया है प्रोफेसर रागनर ने। तो उस तो बाद है डेफिनेशंस ऑफ इकनॉमिक्स। डिफरेंट इकोनॉमिस्ट ने जिहड़ी है इकनॉमिक्स दी डेफिनेशंस दसियां ने। कहंदे कोई भी जिहड़ी एक डेफिनेशन है इकनॉमिक्स दी वो एक्यूरेट नहीं हैगी, क्योंकि इकनॉमिक्स का जिहड़ा स्कोप है वो बहुत ज़्यादा बड़ा है। कहते इकनॉमिक्स हैज सफर्ड मोर देन एनी अदर डिसिप्लिन फ्रॉम द मेलालिस ऑफ पोलेमिक्स अबाउट डेफिनेशंस। कहते बहुत डेफिनेशंस ने जिहड़ियां इकनॉमिक्स के रिगार्डेड लितियां गईयां ने। कहते कई इकोनॉमिस्ट के व्यू ने कि इकनॉमिक्स की डेफिनेशन की लोड़ नहीं हैगी, क्योंकि इकनॉमिक्स इज अ लार्ज टर्म। कहते नो नीड ऑफ डिफाइनिंग इकनॉमिक्स, सच डेफिनेशंस आर बोथ अननेसेसरी एंड अनडिजायरेबल। लेकिन कई इकोनॉमिस्ट ने क्या है कि नेसेसिटी ऑफ डिफाइनिंग इकनॉमिक्स, कि इकनॉमिक्स नो डिफाइन करने दे लई इकनॉमिक्स की जेडी डेफिनेशन है वो जरूरी है। J.M. Keynes ने बोलिया है पॉलिटिकल इकोनॉमी इज सेड टू हैव स्ट्रेंजर्स इटसेल्फ विद डेफिनेशन। तद कहते जड़ियां मेन डेफिनेशंस ने इकनॉमिक्स दियां 3 मेन डेफिनेशंस ने। तो इकनॉमिक्स के डेफिनेशंस नु 3 पार्ट्स दे विच डिवाइड किया होया है। तो केड़ियां डेफिनेशंस ने 3 इकोनॉमिस्ट ने दित्तियां ने। फर्स्ट जेडी डेफिनेशन है वो एडम स्मिथ ने दित्ती है। एडम स्मिथ ने वेल्थ नाल रिलेटेड डेफिनेशन दी इकनॉमिक्स दी, एंड दूसरी मार्शल ने दित्ती है। मार्शल ने वेलफेयर नाल रिलेटेड जी डेफिनेशन है इकनॉमिक्स की दी है। एंड रॉबिन्स ने क्या है कि इकनॉमिक्स किस चीज ना रिलेट करती है, स्कारसिटी ना रिलेट करती है। स्कारसिटी संबंधी डेफिनेशन रॉबिन्स ने दी। इकनॉमिक्स है वो डिफाइंड होंदी है, सानू इकनॉमिक्स का मीनिंग है जिहड़ा वो क्लियर होंदा है। तो फर्स्ट डेफिनेशन है जिन्हों आप वेल्थ डेफिनेशन भी कहने आ, जिहड़ी विच कहंदे इज इकनॉमिक्स अ स्टडी ऑफ वेल्थ, की इकनॉमिक्स दे विच वेल्थ दी स्टडी कीती जांदी है। कहंदे ए डेफिनेशन किने दित्ती है, एडम स्मिथ, जेबी से, वॉलकर ते जेएस मिल, डिफरेंट इकोनॉमिस्ट ने दित्ती है। उन्होंने बोले है कि जिहड़ी अपनी इकनॉमिक्स है ओदी विच किस नाल रिलेटेड तरह दी किस तरह दी नेचर दी स्टडी कीती जांदी है। कहते वेल्थ नाल रिलेटेड प्रोडक्शन मीनस वेल्थ दे विच की होंदा, प्रोडक्शन, कंजम्पशन, इन्वेस्टमेंट, एक्सचेंज, डिस्ट्रीब्यूशंस। कहते इन्हां नाल रिलेटेड सारियां एक्टिविटीज ने जो किहदे विच कीतियां जांदियां ने, इकनॉमिक्स दे विच कीतियां जांदियां ने। तद एडम स्मिथ दा की कहना है, जेबीसी की कहंदे ने, इकनॉमिक्स इज द साइंस विच ट्रीट्स विद वेल्थ। कहते इकनॉमिक्स वो साइंस है जिहड़ी वेल्थ दे नाल ट्रीट करदी है। वेल्थ नाल रिलेटेड जिन्नियां भी एक्टिविटीज ने वो आप इकनॉमिक्स दे विच देखदे आ। तो फर्स्टली कहंदे फीचर्स की ने वेल्थ नाल रिलेटेड जेबी से एंड एडम स्मिथ दी डेफिनेशंस दे। इकनॉमिक्स इज द स्टडी ऑफ वेल्थ ओनली। उन्होंने बोलिया है कि इकनॉमिक्स दे विच सिर्फ वेल्थ दी स्टडी कीती जांदी है। इहदे विच कहंदे प्राइमरी प्लेस वेल्थ नु दिता है एंड सेकेंडरी प्लेस है जिहड़ा वो मैन नु दिता है।
ਅਕੋਰਡਿੰਗ ਟੂ ਐਡਮ ਸਮਿਥ ਕੀ ਕਹਿੰਦੇ ਨੇ ਦਾ ਇਕਨੋਮਿਕਸ ਦਾ ਮੇਨ ਏਮ ਕੀ ਹੈ ਨੇਸ਼ਨਸ ਦੀ ਵੈਲਥ ਨੂੰ ਕੀ ਕਰਨਾ ਇਨਕਰੀਜ਼ ਕਰਨਾ ਕਹਿੰਦੇ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਆਉਂਦੀਆਂ ਨੇ ਵੈਲਥ ਦੇ ਵਿੱਚ ਕੰਜ਼ੰਪਸ਼ਨ ਆਏਗੀ ਇਨਵੈਸਟਮੈਂਟ ਆਏਗੀ ਡਿਸਟ੍ਰੀਬਿਊਸ਼ਨ ਆਏਗਾ ਐਂਡ ਐਕਸਚੇਂਜ ਆਫ ਵੈਲਥ ਆਏਗੀ ਐਂਡ ਸੈਕੰਡ ਨੇਚਰ ਆਫ ਮੀਨਿੰਗ ਆਫ ਵੈਲਥ ਕਹਿੰਦੇ ਇੱਥੇ ਵੈਲਥ ਇਜ਼ ਦਿਸ ਇਸ ਡੈਫੀਨੇਸ਼ਨ ਦੇ ਵਿੱਚ ਕਹਿੰਦੇ ਉਹਨਾਂ ਨੇ ਬੋਲਿਆ ਕਿ ਵੈਲਥ ਦਾ ਕੀ ਮੀਨਿੰਗ ਆ ਸਿਰਫ ਮਟੀਰੀਅਲ ਗੁੱਡਸ ਲਿੱਤੀਆਂ ਨੇ ਇਹਨਾਂ ਨੇ ਵੈਲਥ ਦੇ ਵਿੱਚ ਇਕਨੋਮਿਕਸ ਦੇ ਵਿੱਚ ਮਟੀਰੀਅਲ ਗੁੱਡਸ ਜਿਵੇਂ ਕਿ ਐਲਈਡੀ ਟੀਵੀ ਬੁੱਕ ਗੋਲਡ ਸਿਲਵਰਸ ਜਿਨ੍ਹਾਂ ਨੂੰ ਟੱਚ ਕੀਤਾ ਜਾਂਦਾ ਹੈ ਜਿਹੜੀਆਂ ਵਿਜ਼ੀਬਲ ਗੁੱਡਸ ਨੇ ਜਿਹੜੀਆਂ ਇਨਵਿਜ਼ੀਬਲ ਗੁੱਡਸ ਐਂਡ ਸਰਵਿਸਿਜ਼ ਨੇ ਕਹਿੰਦੇ ਉਹਨਾਂ ਨੂੰ ਜਿਵੇਂ ਕਿ ਡਾਕਟਰ ਹੋ ਗਿਆ ਕਲਰਕ ਹੋ ਗਿਆ ਲਾਇਰ ਹੋ ਗਿਆ ਪੀਐਨ ਹੋ ਗਿਆ ਪ੍ਰੋਫੈਸਰ ਹੋ ਗਿਆ ਕਹਿੰਦੇ ਇਹਨਾਂ ਨੂੰ ਇਕਨੋਮਿਕਸ ਦੇ ਵਿੱਚ ਨਹੀਂ ਲਿੱਤਾ ਜਾਂਦਾ ਐਂਡ ਕਾਜ਼ਸ ਆਫ ਵੈਲਥ ਕਹਿੰਦੇ ਮੇਨ ਕਹਿੰਦੇ ਇਹ ਕੀ ਕਰਦੀ ਹੈ ਲੀਡਸ ਟੂ ਇਨਕਰੀਜ਼ ਵੈਲਥ ਕਿ ਵੈਲਥ ਕਿਸ ਤਰ੍ਹਾਂ ਕੀ ਹੈ ਇਨਕਰੀਜ਼ ਹੋਏਗੀ ਤਾਂ ਵੈਲਥ ਕਿਸ ਤਰ੍ਹਾਂ ਇਨਕਰੀਜ਼ ਹੋਏਗੀ ਕੰਜ਼ੰਪਸ਼ਨ ਇਨਵੈਸਟਮੈਂਟ ਪ੍ਰੋਡਕਸ਼ਨ ਕਹਿੰਦੇ ਜਦੋਂ ਆਪਾਂ ਗੁੱਡਸ ਨੂੰ ਜ਼ਿਆਦਾ ਤੋਂ ਜ਼ਿਆਦਾ ਕੀ ਕਰਾਂਗੇ ਪ੍ਰੋਡਿਊਸ ਕਰਾਂਗੇ ਤੇ ਇਹਨਾਂ ਦੀ ਡਿਮਾਂਡ ਵੀ ਕੀ ਹੈ ਇਨਕਰੀਜ਼ ਹੋਏਗੀ ਤਾਂ ਵੈਲਥ ਵੀ ਇਨਕਰੀਜ਼ ਹੋਏਗੀ ਜੋ ਪ੍ਰੋਡਕਸ਼ਨ ਤੇ ਡਿਪੈਂਡ ਕਰਦੀ ਆ ਐਂਡ ਇਕਨੋਮਿਕ ਮੈਨ ਕਹਿੰਦੇ ਇਹਦੇ ਵਿੱਚ ਸਪੋਰਟਰਸ ਐਂਡ ਫੋਲੋਅਰਸ ਕੌਣ ਨੇ ਵੈਲਥ ਦੇ ਇਕਨੋਮਿਕਸ ਮੈਨ ਨੇ ਜੋ ਕੀ ਕਰਦੇ ਨੇ ਪ੍ਰੋਡਕਸ਼ਨਸ ਕਰਦੇ ਨੇ ਤੇ ਮੈਕਸਿਮਮ ਜਿਹੜੀ ਹੈ ਸੈਟਿਸਫੈਕਸ਼ਨ ਗੇਨ ਕਰਨਾ ਚਾਹੁੰਦੇ ਨੇ ਜੋ ਸੈਲਫਿਸ਼ ਨੇ ਚਾਹੇ ਕੰਜ਼ੰਪਸ਼ਨ ਦੇ ਥਰੂ ਮੈਨ ਕੰਜ਼ਿਊਮਰਸ ਸੈਟਿਸਫੈਕਸ਼ਨ ਗੇਨ ਕਰਦੇ ਨੇ ਚਾਹੇ ਪ੍ਰੋਡਿਊਸਰਸ ਦੇ ਥਰੂ ਪ੍ਰੋਡਕਸ਼ਨ ਦੇ ਥਰੂ ਜਿਹੜੇ ਪ੍ਰੋਡਿਊਸਰਸ ਨੇ ਸੈਟਿਸਫੈਕਸ਼ਨ ਗੇਨ ਕਰਦੇ ਨੇ ਤਾਂ ਇਸ ਡੈਫੀਨੇਸ਼ਨਸ ਨੂੰ ਕ੍ਰਿਟਿਸਾਈਜ਼ ਵੀ ਕੀਤਾ ਗਿਆ ਤਾਂ ਇਸ ਨੂੰ ਰਸਕਿਨਸ ਮੋਰਿਸ ਐਂਡ ਕਹਿੰਦੇ ਜਿਹੜੇ ਡਿਫਰੈਂਟ ਇਕਨੋਮਿਸਟ ਨੇ ਉਹਨਾਂ ਨੇ ਕ੍ਰਿਟਿਸਾਈਜ਼ ਕੀਤਾ ਹੈ ਉਹਨਾਂ ਨੇ ਬੋਲਿਆ ਕਿ ਮੋਰ ਐਮਫੈਸਿਸ ਇਜ਼ ਔਨ ਵੈਲਥ ਕਹਿੰਦੇ ਇੱਥੇ ਇਹਨਾਂ ਨੇ ਬੋਲਿਆ ਕਿ ਇਕਨੋਮਿਕਸ ਵੈਲਥ ਨਾਲ ਰਿਲੇਟਡ ਹੈ ਕਹਿੰਦੇ ਜ਼ਿਆਦਾ ਇੰਪੋਰਟੈਂਸ ਵੈਲਥ ਨੂੰ ਦਿੱਤੀ ਗਈ ਆ ਵੈਲਥ ਨੂੰ ਇਹਨਾਂ ਨੇ ਪ੍ਰਾਇਮਰੀ ਦੱਸਿਆ ਐਂਡ ਮੈਨ ਨੂੰ ਇਹਨਾਂ ਨੇ ਸੈਕੰਡਰੀ ਦੱਸਿਆ ਹੈ ਜਦਕਿ ਕਹਿੰਦੇ ਮੈਨ ਪ੍ਰਾਇਮਰੀ ਹੋਣਾ ਚਾਹੀਦਾ ਕਿਉਂਕਿ ਮੈਨ ਆ ਜਿਹੜਾ ਉਹ ਵੈਲਥ ਨੂੰ ਯੂਜ਼ ਕਰਦਾ ਹੈ ਮੈਨ ਇਜ਼ ਅ wealth is a source of demand means ਆਪਾਂ wealth ਦੇ ਥਰੂ ਡਿਮਾਂਡ ਕਰ ਸਕਦੇ ਆ ਕਹਿੰਦੇ ਇੱਥੇ ਇਹਨਾਂ ਨੇ ਗਲਤ ਕਿਹਾ ਹੈ ਨੈਰੋ ਮੀਨਿੰਗ ਆਫ ਵੈਲਥ ਕਹਿੰਦੇ ਇੱਥੇ ਸਿਰਫ ਇਹਨਾਂ ਨੇ ਵੈਲਥ ਦੇ ਵਿੱਚ ਕਹਿੰਦੇ ਸਿਰਫ ਵਿਜ਼ੀਬਲ ਗੁੱਡਸ ਨੂੰ ਲਿੱਤਾ ਜਿਹਨਾਂ ਨੂੰ ਆਪਾਂ ਟੱਚ ਕਰ ਸਕਦੇ ਆ ਜਿਵੇਂ ਕਿ ਐਲਈਡੀ ਹੋ ਗਿਆ ਟੀਵੀ ਹੋ ਗਿਆ 골ਡ ਹੋ ਗਿਆ ਸਿਲਵਰ ਹੋ ਗਿਆ ਲੇਕਿਨ ਕਹਿੰਦੇ ਵੈਲਥ ਦੇ ਵਿੱਚ ਜਿਹੜੀਆਂ ਸਰਵਿਸਿਜ਼ ਨੇ ਉਹ ਵੀ ਆਉਂਦੀਆਂ ਨੇ ਜੋ ਕਿ ਡਾਕਟਰ ਇੰਜੀਨੀਅਰਿੰਗ ਪ੍ਰੋਫੈਸਰਸ ਠੀਕ ਹੈ ਉਹਨਾਂ ਨੂੰ ਟੋਟਲੀ ਇਗਨੋਰ ਕੀਤਾ ਹੈ ਕਹਿੰਦੇ ਇਹਨਾਂ ਦੇ ਵਿੱਚ ਇਹਨਾਂ ਨੇ ਸਿਰਫ ਇਕਨੋਮਿਕ ਮੈਨ ਨੂੰ ਲਿੱਤਾ ਹੈ ਕਹਿੰਦੇ ਸਿਰਫ ਕਹਿੰਦੇ ਕਈ ਪੀਪਲਸ ਦਾ ਜਿਹੜਾ ਹੈ ਮੇਨ ਕਹਿੰਦੇ ਮੋਟਿਵਸ ਵੈਲਥ ਇਕੱਠਾ ਕਰਨਾ ਨਹੀਂ ਹੁੰਦਾ ਕਈ ਦਾ ਸੋਸ਼ਲ ਵੈਲਫੇਅਰ ਵੀ ਹੁੰਦਾ ਕਹਿੰਦੇ ਇੱਥੇ ਸੋਸ਼ਲ ਪੋਲੀਟੀਕਲ ਰਿਲੀਜਨਸ ਠੀਕ ਹੈ ਇਹ ਸਭ ਨੂੰ ਕੀ ਕੀਤਾ ਹੈ ਅਦਰ ਫੈਕਟਰਸ ਨੂੰ ਟੋਟਲੀ ਇਗਨੋਰ ਕੀਤਾ ਹੈ ਨੈਗਲੈਕਟ ਆਫ ਵੈਲਫੇਅਰਸ ਕਹਿੰਦੇ ਇੱਥੇ ਵੈਲਫੇਅਰ ਨਾਲ ਰਿਲੇਟਡ ਜੋ ਟੌਪਿਕ ਹੈ ਉਸ ਦੀ ਗੱਲ ਨਹੀਂ ਕੀਤੀ ਨੈਗਲੈਕਟ ਦਾ ਪ੍ਰੋਬਲਮਸ ਆਫ ਸੋਸਾਇਟੀ ਨਾਲ ਰਿਲੇਟਡ ਜੋ ਵੀ ਪ੍ਰੋਬਲਮਸ ਨੇ ਚਾਹੇ ਗੁੱਡਸ ਐਂਡ ਸਰਵਿਸਿਜ਼ ਨੂੰ ਲੈ ਕੇ ਨੇ ਚਾਹੇ ਸਕਾਰਸਿਟੀ ਨੂੰ ਲੈ ਕੇ ਨੇ ਚਾਹੇ ਚੋਇਸਿਸ ਨੂੰ ਲੈ ਕੇ ਕਹਿੰਦੇ ਉਹਨਾਂ ਦੀ ਗੱਲ ਨਹੀਂ ਕੀਤੀ ਨੈਗਲੈਕਟ ਦਾ ਮੀਨ ਆਫ ਅਟੇਨ ਵੈਲਥ ਕਹਿੰਦੇ ਵੈਲਥ ਕਿੱਦਾਂ ਇਕੱਠੀ ਹੋਏਗੀ ਲੀਗਲ ਵੇ ਦੇ ਨਾਲ ਜਾਂ ਇਲੀਗਲ ਵੇ ਦੇ ਨਾਲ ਇਕੱਠੀ ਹੋਏਗੀ ਜਾਂ ਐਂਟੀ ਸੋਸ਼ਲ ਐਕਟੀਵਿਟੀਜ਼ ਦੇ ਨਾਲ ਸਮਗਲਿੰਗ ਦੇ ਨਾਲ ਕਿਸੇ ਵੀ ਤਰੀਕੇ ਨਾਲ ਵੈਲਥ ਇਕੱਠੀ ਕੀਤੀ ਜਾ ਸਕਦੀ ਹੈ ਲੇਕਿਨ ਇੱਥੇ ਇਹਨਾਂ ਨੇ ਇਹ ਨਹੀਂ ਦੱਸਿਆ ਕਿ ਵੈਲਥ ਦਾ ਰਿਸੋਰਸਿਸ ਕੀ ਹੋਏਗਾ ਨੈਰੋ ਸਬਜੈਕਟ ਮੈਟਰ ਕਹਿੰਦੇ ਦੇ ਵਿੱਚ ਯੂਜ਼ ਕੀਤਾ ਗਿਆ ਮਟੀਰੀਅਲ ਗੁੱਡਸ ਅਲੋਨ ਜਿਹੜੀਆਂ ਦੂਸਰੀਆਂ ਸਰਵਿਸਿਜ਼ ਨੇ ਐਂਡ ਇਨਵਿਜ਼ੀਬਲ ਗੁੱਡਸ ਨੇ ਉਹਨਾਂ ਨੂੰ ਯੂਜ਼ ਨਹੀਂ ਕੀਤਾ ਗਿਆ ਐਂਡ ਜੋ ਇਸ ਤੋਂ ਬਾਅਦ ਸੈਕੰਡ ਡੈਫੀਨੇਸ਼ਨ ਦਿੱਤੀ ਹੈ ਇਕਨੋਮਿਕਸ ਦੀ ਉਹ ਕਿਹਨੇ ਦਿੱਤੀ ਹੈ ਮਟੀਰੀਅਲ ਵੈਲਫੇਅਰ ਦੇ ਨਾਲ ਰਿਲੇਟਡ ਡੈਫੀਨੇਸ਼ਨਸ ਦਿੱਤੀ ਆ ਉਹ ਆਪਣੇ ਮਾਰਸ਼ਲ ਨੇ ਦਿੱਤੀ ਹੈ ਜੀਐਸ ਮਿਲ ਪੀਗੋ ਤੇ ਕੈਨਨ ਨੇ ਦਿੱਤੀ ਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਇਕਨੋਮਿਕਸ ਹੈ ਉਹ ਕਿਸ ਨਾਲ ਰਿਲੇਟ ਕਰਦੀ ਹੈ ਸੋਸ਼ਲ ਵੈਲਫੇਅਰ ਦੇ ਨਾਲ ਰਿਲੇਟ ਕਰਦੀ ਹੈ ਮਾਰਸ਼ਲ ਕਹਿੰਦੇ ਨੇ ਕਿ ਇਕਨੋਮਿਕਸ ਇਜ਼ ਅ ਸਾਇੰਸ ਆਫ ਮਟੀਰੀਅਲ ਵੈਲਫੇਅਰ ਕਹਿੰਦੇ ਵੈਲਫੇਅਰ ਨਾਲ ਰਿਲੇਟਡ ਜੋ ਵੀ ਐਕਟੀਵਿਟੀਜ਼ ਨੇ ਉਹ ਇਕਨੋਮਿਕਸ ਦੇ ਵਿੱਚ ਕੀਤੀਆਂ ਜਾਂਦੀਆਂ ਨੇ ਤਾਂ ਇਹਦੇ ਵਿੱਚ ਇੰਪੋਰਟੈਂਸ ਆਫ ਦਾ ਸਟੱਡੀ ਆਫ ਮੈਨ ਨੂੰ ਇੰਪੋਰਟੈਂਸ ਦਿੱਤੀ ਹੈ ਮੈਨ ਦੀਆਂ ਐਕਟੀਵਿਟੀਜ਼ ਦੇ ਨਾਲ ਜੋ ਵੀ ਚੀਜ਼ਾਂ ਰਿਲੇਟਸ ਨੇ ਉਹਨਾਂ ਨੂੰ ਦੇਖਿਆ ਹੈ ਠੀਕ ਹੈ ਐਂਡ ਸਟੱਡੀ ਆਫ ਸੋਸ਼ਲੀ ਮੈਨ ਜਿਵੇਂ ਕਿ ਇੰਡੀਵਿਜੂਅਲਸ ਐਂਡ ਕਲੈਕਟਿਵ ਸਟਰਕਚਰਸ ਪੂਰੀ ਇਕਨੋਮੀ ਪੂਰੀ ਸੁਸਾਇਟੀ ਦੀ ਸਟੱਡੀ ਕੀਤੀ ਹੈ ਸਨਸ ਐਂਡ ਮੌਕਸ ਆਰ ਨਾਟ ਅ ਪਾਰਟ ਆਫ ਸੁਸਾਇਟੀ ਕਹਿੰਦੇ ਇਹਨਾਂ ਨੂੰ ਕਹਿੰਦੇ ਇਹਨਾਂ ਨੇ ਆਊਟਸਾਈਡ ਰੱਖਿਆ ਹੈ ਸਿਰਫ ਮੈਨ ਜੋ ਇਕਨੋਮਿਕ ਐਕਟੀਵਿਟੀਜ਼ ਦੇ ਵਿੱਚ ਇਨਕਲੂਡਡ ਨੇ ਆਰਡੀਨਰੀ ਬਿਜ਼ਨਸ ਆਫ ਲਾਈਫ ਦੀ ਗੱਲ ਕੀਤੀ ਹੈ ਰੀਅਲ ਮੈਨ ਦੀ ਗੱਲ ਕੀਤੀ ਹੈ ਮਟੀਰੀਅਲ ਰਿਕੁਐਸਟਸ ਦੀ ਗੱਲ ਕੀਤੀ ਹੈ ਵੈਲਫੇਅਰ ਦੀ ਗੱਲ ਕੀਤੀ ਹੈ ਕਿ ਸੋਸ਼ਲ ਵੈਲਫੇਅਰ ਕਿਸ ਤਰ੍ਹਾਂ ਜ਼ਿਆਦਾ ਤੋਂ ਜ਼ਿਆਦਾ ਇਨਕਰੀਜ਼ ਹੋ ਸਕਦਾ ਹੈ ਐਂਡ ਉਸ ਤੋਂ ਬਾਅਦ ਸਾਇੰਸ ਐਂਡ ਆਰਟ ਦੀ ਗੱਲ ਕੀਤੀ ਹੈ ਕਿ ਇਕਨੋਮਿਕਸ ਸਾਇੰਸ ਵੀ ਐਂਡ ਆਰਟ ਵੀ ਹੈ ਐਂਡ ਨੋਰਮੇਟਿਵ ਐਂਡ ਪੋਜ਼ਿਟਿਵ ਸਾਇੰਸ ਦੀ ਗੱਲ ਕੀਤੀ ਹੈ ਐਂਡ ਮਨੀ ਇਜ਼ ਮੇਜਰ ਆਫ ਮਟੀਰੀਅਲ ਵੈਲਫੇਅਰ ਮਨੀ ਦਾ ਮਤਲਬ ਹੈ ਕਿ ਮਨੀ ਦੇ ਥਰੂ ਆਪਾਂ ਮਟੀਰੀਅਲ ਵੈਲਫੇਅਰ ਕਰ ਸਕੀਏ
ਐਂਡ ਉਸ ਤੋਂ ਬਾਅਦ ਇਹਨੂੰ ਵੀ ਕ੍ਰਿਟੀਸਾਈਜ਼ ਕੀਤਾ ਗਿਆ ਹੈ ਕਿ ਸਿਰਫ ਇਕਨੋਮਿਕਸ ਮਟੀਰੀਅਲ ਵੈਲਫੇਅਰ ਦੇ ਨਾਲ ਰਿਲੇਟਡ ਨਹੀਂ ਹੈਗੀ, ਤਾਂ ਇਹਦੇ ਕੀ ਵਿੱਚ ਕੀ ਆ, ਕਹਿੰਦੇ ਲਿਮਿਟਡ ਸਕੋਪ ਹੈ, ਕਹਿੰਦੇ ਡੈਫੀਨੇਸ਼ਨ ਦਾ ਕਿ ਸਿਰਫ ਮਟੀਰੀਅਲ ਵੈਲਫੇਅਰ ਨਾਲ ਰਿਲੇਟਡ ਹੈ, ਐਂਡ ਹਿਊਮਨ ਸਾਇੰਸ ਨਾਲ ਵੀ ਕਹਿੰਦੇ ਰਿਲੇਟ ਕਰਦੀ ਆ, not analytical and classificatory and impractical theory है, and a positive science भी है, and only a positive science नहीं, positive and normative science और art भी है economics। एंड जो थर्ड डेफिनेशन ਦਿੱਤੀ ਆ ਉਹ ਸਕਾਰਸਿਟੀ ਨਾਲ ਰਿਲੇਟਡ ਦਿੱਤੀ ਆ, ਉਹ ਕਿਸਨੇ ਦਿੱਤੀ ਆ, ਉਹ ਆਪਣੇ ਰॉबिन्स ਨੇ ਦਿੱਤੀ ਆ। ਕਹਿੰਦੇ ਰॉबिन्स ਕੀ ਕਹਿੰਦੇ ਨੇ, ਇਕਨੋਮਿਕਸ ਇਜ਼ ਅ ਸਾਇੰਸ that studies human behavior as a relationship between ends and scar means which have alternative use। ਕਹਿੰਦੇ ਇਕਨੋਮਿਕਸ ਦੇ ਵਿੱਚ ਸਕਾਰਸਿਟੀ ਨਾਲ ਰਿਲੇਟਡ ਜੋ ਵੀ ਪ੍ਰੋਬਲਮਸ ਆਉਂਦੀਆਂ ਨੇ ਉਹਨਾਂ ਦੇ ਸੋਲੂਸ਼ਨਸ ਦਿੱਤੇ ਜਾਂਦੇ ਨੇ, ਤਾਂ ਇਕਨੋਮਿਕਸ ਸਕਾਰਸਿਟੀ ਨਾਲ ਰਿਲੇਟਡ ਆ। ਤਾਂ ਇਹਦੇ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਕਿੱਦਾਂ ਆਪਾਂ ਸਕਾਰ ਰਿਸੋਰਸਿਸ ਨੂੰ ਯੂਜ਼ ਕਰਕੇ ਜਿਹੜੀ ਮੈਕਸਿਮਮ ਪ੍ਰੋਫਿਟ ਹੈ ਉਹਨੂੰ ਗੇਨ ਕਰ ਸਕਦੇ ਆ, ਮੈਕਸਿਮਮ ਸੈਟਿਸਫੈਕਸ਼ਨ ਆ ਉਹਨੂੰ ਲੈ ਸਕਦੇ ਆ। ਤਾਂ ਇਸ ਦੇ ਫੀਚਰਸ ਕੀ ਨੇ ਜੋ ਸਕਾਰਸਿਟੀ ਨਾਲ ਰਿਲੇਟਡ ਰॉबिन्स ਦੀ ਡੈਫੀਨੇਸ਼ਨ ਹੈ। ਫਰਸਟ ਇਜ਼ ਅਨਲਿਮਿਟਡ ਵਾਂਟਸ ਐਂਡ ਐਂਡਸ। ਤਾਂ ਇੱਕ ਕਨਸੈਪਟ ਆਫ ਸਕਾਰਸਿਟੀ ਤੁਸੀਂ ਇੱਥੇ ਵੀ ਦੇਖ ਸਕਦੇ ਹੋ। ਤਾਂ ਇਸ ਦਾ ਮਤਲਬ ਕੀ ਆ, ਅਨਲਿਮਿਟਡ ਵਾਂਟਸ ਐਂਡ ਐਂਡ, ਕਹਿੰਦੇ ਜਿਹੜੀਆਂ ਸਾਡੀਆਂ ਨੀਡਸ ਹੁੰਦੀਆਂ ਨੇ, ਨੀਡਸ ਕੀ ਹੁੰਦੀਆਂ ਨੇ, ਅਨਲਿਮਿਟਡ ਹੁੰਦੀਆਂ ਨੇ। ਮਤਲਬ ਇੱਕ ਨੀਡ ਤੋਂ ਬਾਅਦ ਆਪਣੀ ਜਿਹੜੀ ਦੂਸਰੀ ਨੀਡ ਆ ਉਹ ਸਟਾਰਟ ਹੋ ਜਾਂਦੀ ਆ। ਨੀਡ ਆਫ ਦਾ ਨੀਡ ਕੀ ਹੁੰਦੀ ਹੈ, ਨੀਡਸ ਦੀ ਚੈਨ ਆਪਣੀ ਅਨਲਿਮਿਟਡ ਹੁੰਦੀ ਆ। अपनी सैटिस्फैक्शन जो पूरी होंगी आप सैकेंड चीज की डिमांड करते हैं। लेकिन कहते लिमिटेड और स्कार मीनस जेडे अपने रिसोर्सिस ने वो की होंगे ने, स्कार्स होंगे ने, मीनस अपने स्कार्स होंगे ने, मीनस अपने को मनी भी घट होंगी है, ठीक है। तो इट्स मीनस आप अपन सारिया डिमांड्स नू पूरा नहीं कर सकते। उस टाइम सानू की करना पैंदा है, चॉइस करनी पैंदी है कि आप किस डिमांड्स नू की करिए पहला ज्यादा प्रैफरेंस सही है, किस केड़ी डिमांड केड़ी चीज अपने लिए ज्यादा जरूरी है। तो लिमिटेड और स्कार मीनस की जी अपनी वांट्स ने वो ग्रेटर दैन मीनस ने, W ग्रेटर दैन M। एंड उस तो बाद अल्टरनेटिव यूजेस ऑफ मीनस, कहते जिन्ने भी मीनस ने रिसोर्सिस ने उन्होंने की ने स्कार मीनस ने अल्टरनेटिव यूजेस ने, जिमें कि मैं मिल्क की तो एग्जांपल दी थी, मिल्क तो आप बटर कर्ड चीज एटसैक्ट्रा जो भी थिंग्स ने वो बना सकते हैं। तब कहते इन्हों की की आ जी सप्लाई है मिल्क की घट है, डिमांड ज्यादा है, तो इट्स मीनस कि इन्हों की स्कारसिटी आ। एंड उस तो बाद वाटर वांट्स डिफर इन अर्जेंसी, कहते जिन्नियां भी अपनी वांट्स ने, जो अपने को मीन स्कार्स ने, तो अपनी वांट्स की होंगे ने हर एक दे डिफरेंट डिफरेंट होंगे ने। कहते किसी नू किसी चीज़ की लोड़ ज़्यादा होंगी है, किसी नू किसी चीज़ की लोड़ ज़्यादा होंगी है। जिमें कि कहते मेरे कोल की है ओनली 50 रुपीज़ ने, तो मेरिया की वांट्स ने कि मैं एक तो मिल्क लेना है, ਤੇ ਦੂਸਰਾ ਕਹਿੰਦੇ ਮੈਂ ਮੈਡੀਸਿਨਸ ਲੈਣੀ ਆ ਆਪਣੇ ਸਿਕ ਚਾਈਲਡ ਦੇ ਲਈ ਕਿਉਂਕਿ ਉਹ ਬਿਮਾਰ ਹੈ। ਤਾਂ ਇਹਦੇ ਲਈ ਮੇਰੀ ਕਿਹੜੀ ਜਿਹੜੀ ਜ਼ਰੂਰਤ ਹੈ ਸਭ ਤੋਂ ਜ਼ਿਆਦਾ ਕੀ ਹੋਏਗੀ ਕਿ ਮੈਂ ਸਿਕਨੈਸ ਦੇ ਟਾਈਮਸ ਆਪਣੇ ਬੱਚੇ ਨੂੰ ਮੈਡੀਸਿਨ ਦਵਾਂ। ਤਦ ਮੈਂ ਕੀ ਕਰੂੰਗੀ, ਪਹਿਲਾਂ ਮੈਡੀਸਿਨ ਦੀ ਡਿਮਾਂਡ ਨੂੰ ਪੂਰਾ ਕਰੂੰਗੀ ਤੇ ਜਿਹੜੀ ਆਪਣੀ ਮਿਲਕ ਦੀ ਡਿਮਾਂਡ ਆ ਉਹਨੂੰ ਮੈਂ ਬਾਅਦ ਦੇ ਵਿੱਚ ਪੂਰਾ ਕਰੂੰਗੀ। ਤਦ ਕਹਿੰਦੇ ਇੱਥੇ ਕੀ ਹੁੰਦੀ ਆ, ਆਪਾਂ ਨੂੰ ਚੁਆਇਸ ਕਰਨੀ ਪੈਂਦੀ ਹੈ ਕਿਉਂਕਿ ਵਾਂਟਸ ਕੀ ਨੇ, ਡਿਫਰੈਂਟ ਨੇ। ਐਂਡ ਇਕਨੋਮਿਕ ਪ੍ਰੋਬਲਮਸ, कहते इकनॉमिक्स ਦੇ ਵਿੱਚ ਜੋ ਵੀ ਇਕਨੋਮੀ ਨਾਲ ਰਿਲੇਟਡ ਪ੍ਰੋਬਲਮਸ ਨੇ ਉਹਨਾਂ ਨੂੰ ਪੂਰਾ ਕੀਤਾ ਜਾਂਦਾ ਹੈ। ਕਹਿੰਦੇ ਹਿਊਮਨਸ ਮੋਸਟਲੀ ਇੰਡੀਵਿਜੂਅਲਸ ਲੈਵਲ ਤੇ ਹਿਊਮਨ ਨਾਲ ਰਿਲੇਟਡ 4 टाइप्स ऑफ प्रॉब्लम्स ने, जिमें कि अनलिमिटेड वांट्स ਦਾ ਬਹੁਤ ਜ਼ਿਆਦਾ ਹੋਣਾ, ਸਕਾਰ ਮੀਨਸ ਉਹਨਾਂ ਨੂੰ ਪੂਰਾ ਕਰਨ ਦੇ ਲਈ ਰਿਸੋਰਸਿਸ ਦੀ ਸਕਾਰਸਿਟੀ ਮੀਨਸ ਘੱਟ ਹੋਣਾ, ਐਂਡ ਅਲਟਰਨੇਟਿਵ ਯੂਜ਼ਸ ਆਫ ਮੀਨਸ ਜਿੰਨੇ ਵੀ ਰਿਸੋਰਸਿਸ ਨੇ ਉਹਨਾਂ ਦੇ ਅਲਟਰਨੇਟਿਵ ਯੂਜ਼ਸ ਹੋਣਾ, ਐਂਡ ਡਿਫਰੈਂਟ ਅਰਜੈਂਸੀ ਆਫ ਵਾਂਟਸ, ਕਹਿੰਦੇ ਜਿੰਨੀਆਂ ਵੀ ਵਾਂਟਸ ਨੇ ਉਹਨਾਂ ਦਾ ਕੀ ਹੈ ਡਿਫਰੈਂਟ ਟਾਈਮ ਪੀਰੀਅਡ ਤੇ ਡਿਫਰੈਂਟ ਹੋਣਾ। ਦਿਸ ਇਜ਼ ਅ ਕਿ ਇਹਨਾਂ ਦੇ ਥਰੂ ਕੀ ਹੁੰਦਾ, ਪ੍ਰੋਬਲਮ ਆਫ ਚੁਆਇਸ ਹੁੰਦੀ ਹੈ। ਕਹਿੰਦੇ ਚੁਆਇਸ ਮੇਕਿੰਗ ਇਜ਼ ਅ ਇਕਨੋਮਿਕ ਪ੍ਰੋਬਲਮ, ਜਿਹੜਾ ਆਪਾਂ ਨੂੰ ਚੂਜ਼ ਕਰਨਾ ਪੈਂਦਾ ਹੈ। ਤਦ ਕਹਿੰਦੇ ਇਹ ਜਿਹੜੀਆਂ 4 ਫੀਚਰਸ ਨੇ ਹਿਊਮਨ ਲਾਈਫ ਨਾਲ ਰਿਲੇਟਡ ਕਹਿੰਦੇ ਇਕੱਠੇ ਲਾਗੂ ਹੁੰਦੇ ਨੇ, ਜਿਨ੍ਹਾਂ ਦੇ ਵਿੱਚੋਂ ਆਪਾਂ ਇਕਨੋਮਿਕਸ ਨੂੰ ਪੜ੍ਹ ਕੇ ਇਕਨੋਮਿਕ ਐਕਟੀਵਿਟੀਜ਼ ਦੇ ਥਰੂ ਹੀ ਨਿਕਲ ਸਕਦੇ ਹਾਂ। ਠੀਕ ਹੈ, ਦਿਸ ਇਜ਼ ਦਾ ਸਕਾਰਸਿਟੀ means unlimited wants and resources are limited। and ਉਸ ਤੋਂ ਬਾਅਦ ਹੈ meaning of productions means opportunity cost। meaning of production, ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਪ੍ਰੋਡਕਸ਼ਨ ਕੀ ਹੁੰਦੀ ਹੈ।
ਦੇਖੋ ਆਪਣੀ ਇਕੋਨਮੀ ਦੇ ਵਿੱਚ ਇਕੋਨਮੀ ਦੇ ਵਿੱਚ ਪ੍ਰੋਡਕਸ਼ਨ ਦੇ ਨਾਲ ਰਿਲੇਟਡ ਜੋ ਵੀ ਐਕਟੀਵਿਟੀਜ਼ ਨੇ ਉਹ ਕੀਤੀਆਂ ਜਾਂਦੀਆਂ ਨੇ, ਕਿਉਂਕਿ ਆਪਣੀ ਜਿਹੜੀ ਇਕਨੋਮਿਕਸ ਹੁੰਦੀ ਆ, ਇਕਨੋਮਿਕਸ ਦੇ ਵਿੱਚ ਪੂਰੀ ਇਕੋਨਮੀ ਨਾਲ ਰਿਲੇਟਡ ਜੋ ਵੀ ਪ੍ਰੋਬਲਮਸ ਨੇ ਉਹਨਾਂ ਦੇ ਸੋਲੂਸ਼ਨਸ ਕੀਤੇ ਜਾਂਦੇ ਨੇ, ਚਾਹੇ ਉਹ ਪ੍ਰੋਡਕਸ਼ਨ ਨਾਲ ਰਿਲੇਟਡ ਹੈ, ਚਾਹੇ ਉਹ ਡਿਸਟ੍ਰੀਬਿਊਸ਼ਨ ਦੇ ਨਾਲ ਰਿਲੇਟਡ ਹੈ, ਚਾਹੇ ਉਹ ਨੈਸ਼ਨਲ ਇਨਕਮ ਦੇ ਨਾਲ ਰਿਲੇਟਡ ਹੈ, ਚਾਹੇ ਪਾਵਰਟੀ ਦੇ ਨਾਲ ਰਿਲੇਟਡ ਹੈ। ठीक है, पॉवर्टी हो गया, अनएम्प्लॉयमेंट हो गया, ठीक है, प्राइस लेवल, जनरल प्राइस लेवल हो गया, जनरल इक्विलिब्रियम्स हो गया। ये सारी प्रॉब्लम्स अपनी पूरी इकोनॉमी के नाल रिलेटेड ने, क्योंकि इकोनॉमी इज द इकोनॉमी किस तो बनती है, सारे ਜਿਹੜੇ ਇੰਡੀਵਿਜੂਅਲਸ ਨੇ ਉਹਨਾਂ ਦੇ ਸਮ ਅਪ ਤੋਂ ਬਣਦੀ, ਉਹਨਾਂ ਨੂੰ ਜੋੜ ਕੇ ਬਣਦੀ ਆ। ਟੋਟਲ ਡਿਮਾਂਡ ਤੇ ਟੋਟਲ ਸਪਲਾਈ ਹੈ ਜਿਹੜੀ ਉਹ ਇਕਨੋਮੀ ਦੇ ਵਿੱਚ ਦੇਖੀ ਜਾਂਦੀ ਹੈ। ਇਕਨੋਮੀ ਦੇ ਵਿੱਚ ਇਨਫਲੇਸ਼ਨ ਐਂਡ ਡਿਫਲੇਸ਼ਨਸ, ਮੋਨਟਰੀ ਐਂਡ ਫਿਜ਼ੀਕਲ ਪਾਲਿਸੀ, ਗਵਰਨਮੈਂਟਸ ਪਾਲਿਸੀ, 5 ਈਅਰ ਪਲਾਨਸ, ਠੀਕ ਹੈ, ਇਹ ਸਾਰੇ ਕਿਨੇ ਅਪਲਾਈ ਕੀਤੇ ਜਾਂਦੇ ਨੇ ਤਾਂ ਜੋ ਇਕਨੋਮਿਕ ਸਟੈਬਲਾਈਜੇਸ਼ਨ ਹੋ ਸਕੇ। ਤਾਂ ਇਕਨੋਮੀ ਕੀ ਹੈ, ਇਕਨੋਮੀ ਸਾਡੀ ਅਰਥ ਵਿਵਸਥਾ ਹੈ ਜਿਹੜੀ ਕਿ ਇੰਡੀਵਿਜੂਅਲੀ ਇਕਨੋਮਿਕ एक्टिविटीज से डिपेंड है, जीडीपी नैशनल इनकम से डिपेंड है कि किन्नी गुड्स, टोटल गुड्स की किन्नी प्रोडक्शन हो रही है, ठीक, किन्नी सप्लाई हो रही है, किन्नी डिमांड है, उस चीज से ग्रोथ एंड डेवलपमेंट अपनी इकोनॉमी ते की है डिपेंड है। तो इकोनॉमी नाल रिलेटेड जो पार्ट्स दैट इज अ ग्रोथ एंड डेवलपमेंट। तो इकोनॉमी साडी ग्रोथ कदों करेगी जदों कहंदे किसी भी वन एस्पेक्ट्स जिवें कि पर कैपिटा इनकम इंक्रीज हो रही है, इंडिविजुअल्स की इनकम इंक्रीज हो रही है, गुड्स की प्रोडक्शन इंक्रीज हो रही है, ठीक है। डेवलपमेंट के सारे एस्पेक्ट्स ऑल ओवर डिवेलपमेंट है जी इकोनॉमी की देखी जाती है, जिमें कि पर कैपिटा इनकम भी इंक्रीज, पॉवर्टी भी रिड्यूस, इंप्लॉयमेंट भी इंक्रीज हो रही है, ठीक है। एंड फिर उस तो बाद है अपना लिविंग ऑफ स्टैंडर्ड भी उच्चा हो रहा है, एजुकेशन लिटरेसी रेट है जो वो साडा इंक्रीज हो रहा है। तो उस तो बाद इनफेंट मोर्टैलिटी रेट डिक्रीज हो रहा है, HID ह्यूमन इंडैक्स जो डेवलपमेंट इंडैक्स है जो HD वो भी क्या इंप्रूव हो रहा है। तो ये सब कुछ की कहते अपना एक इकोनॉमी का एक पार्ट है। तो सब तो पहला से देखते कि मीनिंग ऑफ प्रोडक्शन की है। प्रोडक्शन का मतलब है कि अपनी इकोनॉमी दे विच गुड्स नू प्रोड्यूस करना। तो देखो गुड्स नू प्रोड्यूस करना मीन जिवें कोई फर्म है, कोई प्रोड्यूसर है, वो की करता है, पैसा इन्वेस्ट करता है, तो उस तो बाद वो किसी भी गुड्स की जी प्रोडक्शन है वो स्टार्ट कर लेता। तो प्रोडक्शन के लिए कहते उन्होंने किस चीज़ से डिपेंड होना पैंदा है, प्रोडक्शन के लिए उन्होंने 4 फैक्टर ऑफ प्रोडक्शन से डिपेंड होना पैंदा है, दैट इज द लैंड, लेबर, कैपिटल एंड एंटरप्रेन्योर। प्रोडक्शन के लिए 4 फैक्टर ऑफ प्रोडक्शन होना जरूरी है। तो ये 4 फैक्टर ऑफ प्रोडक्शंस ਨੂੰ ਕੀ ਕੀਤੀ ਜਾਂਦੀਆਂ, ਪੇਮੈਂਟਸ ਕੀਤੀਆਂ ਜਾਂਦੀਆਂ ਨੇ ਪ੍ਰੋਡਕਸ਼ਨਸ ਤੋਂ ਬਾਅਦ। ਜੋ ਪ੍ਰੋਡਕਸ਼ਨਸ ਦੀਆਂ ਪੇਮੈਂਟਸ ਹੁੰਦੀਆਂ ਨੇ, ਜਿਵੇਂ ਕਿ ਆਪਾਂ ਲੇਬਰ ਨੂੰ ਯੂਜ਼ ਕਰਦੇ ਤਾਂ ਉਹਦੇ ਬਦਲੇ ਆਪਾਂ ਨੂੰ ਵੇਜਿਸ ਦੇਣੀਆਂ ਪੈਂਦੀਆਂ ਨੇ, ਕੈਪੀਟਲ ਦੇ ਬਦਲੇ ਆਪਾਂ ਨੂੰ ਇੰਟਰਸਟ ਦੇਣਾ ਪੈਂਦਾ ਹੈ, ਐਂਡ ਲੈਂਡ ਦੇ ਬਦਲੇ ਆਪਾਂ ਨੂੰ ਰੈਂਟ ਦੇਣਾ ਪੈਂਦਾ ਹੈ। ਤੇ ਜਿਹੜਾ ਐਂਟਰਪ੍ਰੈਨਿਓਰ ਹੈ ਜੋ ਪੈਸਾ ਇਨਵੈਸਟ ਕਰਦਾ ਉਹਨੂੰ ਕੀ ਜਾਂਦਾ ਹੈ, ਪ੍ਰੋਫਿਟ ਜਾਂਦਾ ਹੈ ਜਾਂ ਲਾਸ ਵੀ ਹੋ ਸਕਦਾ ਹੈ, ਠੀਕ ਹੈ। ਤਾਂ ਇਹ 4 ਫੈਕਟਰ ਆਫ ਪ੍ਰੋਡਕਸ਼ਨਸ ਨੇ ਜੋ ਆਪਾਂ ਪ੍ਰੋਡਕਸ਼ਨਸ ਦੇ ਲਈ ਯੂਜ਼ ਕਰਦੇ ਹਾਂ। ਤੇ ਉਸ ਤੋਂ ਬਾਅਦ ਸਾਡੀ ਇਕਨੋਮੀ ਦੇ ਵਿੱਚ ਮੇਨ ਪ੍ਰੋਬਲਮ ਇਹ ਵੀ ਹੁੰਦੀ ਹੈ ਕਿ ਜਦੋਂ ਆਪਾਂ ਨੇ ਪ੍ਰੋਡਕਸ਼ਨ ਕਰਨੀ ਆ ਤਾਂ ਆਪਾਂ ਨੇ ਕਿਹੜੀ ਟੈਕਨੀਕ ਯੂਜ਼ ਕਰਨੀ ਹੈ, ਕਿਉਂਕਿ ਆਪਣੀ ਇਕਨੋਮੀ ਦੇ ਵਿੱਚ ਕਹਿੰਦੇ ਪ੍ਰੋਡਕਸ਼ਨ ਦੇ ਲਈ ਮੋਸਟਲੀ 2 ਟੈਕਨੀਕਸ ਯੂਜ਼ ਕੀਤੀਆਂ ਜਾਂਦੀਆਂ ਨੇ। ਇੱਕ ਹੁੰਦੀ ਆ ਲੇਬਰ ਇੰਟੈਂਸਿਵ ਟੈਕਨੀਕ, ਇੱਕ ਹੁੰਦੀ ਆ ਕੈਪੀਟਲ ਇੰਟੈਂਸਿਵ ਟੈਕਨੀਕ। ਜਦੋਂ ਲੇਬਰ ਇੰਟੈਂਸਿਵ ਟੈਕਨੀਕ ਯੂਜ਼ ਕੀਤੀ ਜਾਂਦੀ ਹੈ ਤਾਂ ਇਟਸ ਮੀਨਸ ਆਪਾਂ ਕੀ ਆ ਲੇਬਰ ਦਾ ਜ਼ਿਆਦਾ ਯੂਜ਼ ਕਰਦੇ ਆ ਤੇ ਕੈਪੀਟਲ ਦਾ ਘੱਟ ਯੂਜ਼ ਕਰਦੀ ਹੈ। ਜਦੋਂ ਕੈਪੀਟਲ ਇੰਟੈਂਸਿਵ ਟੈਕਨੀਕ ਯੂਜ਼ ਕੀਤੀ ਜਾਂਦੀ ਹੈ ਤਾਂ ਇਟਸ ਮੀਨਸ ਆਪਾਂ ਕੈਪੀਟਲ ਦਾ ਜ਼ਿਆਦਾ ਯੂਜ਼ ਕਰਦੇ ਆ ਤੇ ਲੇਬਰ ਦਾ ਘੱਟ ਯੂਜ਼ ਕਰਦੇ ਆ। ਤਾਂ ਇਸ ਤਰ੍ਹਾਂ ਜਿਹੜੀ ਹੈ ਆਪਣੀ ਪ੍ਰੋਡਕਸ਼ਨ ਉਹ ਕੀਤੀ ਜਾਂਦੀ ਹੈ। ਪ੍ਰੋਡਕਸ਼ਨ ਡਿਫਰੈਂਟ ਗੁੱਡਸ ਦੀ ਹੋ ਸਕਦੀ ਹੈ, ਪ੍ਰੋਡਕਸ਼ਨ ਸਮਾਲ ਸਕੇਲ ਤੇ ਵੀ ਹੋ ਸਕਦੀ ਹੈ, ਪ੍ਰੋਡਕਸ਼ਨ ਲਾਰਜ ਸਕੇਲ ਤੇ ਵੀ ਹੋ ਸਕਦੀ ਹੈ। ਤੇ ਉਸ ਤੋਂ ਬਾਅਦ ਹੈ ਪ੍ਰੋਡਕਸ਼ਨਸ ਕਹਿੰਦੇ ਸ਼ਾਰਟ ਟਾਈਮ ਪੀਰੀਅਡ ਤੇ ਲੌਂਗ ਟਾਈਮ ਪੀਰੀਅਡਸ। 2 ਟਾਈਮ ਪੀਰੀਅਡਸ ਦੇ ਵਿੱਚ ਕੀਤੀ ਜਾਂਦੀ ਆ। ਸ਼ਾਰਟ ਪੀਰੀਅਡ ਦੇ ਵਿੱਚ ਆਪਾਂ ਪ੍ਰੋਡਕਸ਼ਨ ਇਨਕਰੀਜ਼ ਕਰਨ ਦੇ ਲਈ ਓਨਲੀ ਵੇਰੀਏਬਲਸ ਫੈਕਟਰਸ ਨੂੰ ਚੇਂਜ ਕਰ ਸਕਦੇ ਹਾਂ, ਐਂਡ ਲੌਂਗ ਪੀਰੀਅਡਸ ਦੇ ਵਿੱਚ ਆਪਾਂ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨ ਦੇ ਲਈ ਜਿਹੜੇ ਆਲ ਫੈਕਟਰ ਆਫ ਪ੍ਰੋਡਕਸ਼ਨਸ ਨੇ ਉਹਨਾਂ ਨੂੰ ਇਨਕਰੀਜ਼ ਕਰ ਸਕਦੇ ਹਾਂ। ਤੇ ਉਸ ਤੋਂ ਬਾਅਦ ਆਪਣਾ ਨੈਕਸਟ ਹੈ ਸੈਂਟਰਲ ਪ੍ਰੋਬਲਮਸ ਆਫ ਇਕਨੋਮੀ। ਕਹਿੰਦੇ ਸੈਂਟਰਲ ਪ੍ਰੋਬਲਮਸ ਆਫ ਇਕਨੋਮੀ ਕੀ ਹੈ। ਮੋਸਟਲੀ ਇਕਨੋਮੀ ਦੇ ਵਿੱਚ ਸੈਂਟਰਲ ਪ੍ਰੋਬਲਮਸ ਆਫ ਐਨ ਇਕਨੋਮੀ ਦੇਖੀ ਜਾਂਦੀ ਹੈ ਕਿ ਇਕਨੋਮੀ ਨਾਲ ਰਿਲੇਟਡ ਕਿਹੜੀਆਂ ਪ੍ਰੋਬਲਮਸ ਨੇ, ਇਕਨੋਮਿਕਸ ਦੇ ਥਰੂ ਉਹਨਾਂ ਦਾ ਸੋਲੂਸ਼ਨਸ ਕੀਤਾ ਜਾਂਦਾ ਹੈ ਵਿਦ ਦ ਹੈਲਪ ਆਫ ਮੋਨੇਟਰੀ ਐਂਡ ਫਿਜ਼ੀਕਲ ਪਾਲਿਸੀ। ਐਂਡ ਉਸ ਤੋਂ ਬਾਅਦ ਮੇਨ 3 ਪਾਲਿਸੀਜ਼ ਨੇ ਆਪਣੀਆਂ ਇਕਨੋਮਿਕਸ ਨਾਲ ਰਿਲੇਟਡ। ਉਹਨਾਂ ਦੇ ਵਿੱਚੋਂ ਫਰਸਟ ਹੈ ਵਾਟ ਟੂ ਪ੍ਰੋਡਿਊਸ।
फर्स्ट है वट टू प्रोड्यूस मीनस प्रोड्यूस की किया जाना चाहिए है। ਤਾਂ ਇਹਦੇ ਵਿੱਚ ਕਹਿੰਦੇ ਫਰਸਟਲੀ ਜਦੋਂ ਪ੍ਰੋਡਿਊਸਰਸ ਨੇ ਜਾਂ ਫਰਮਸ ਨੇ ਪ੍ਰੋਡਕਸ਼ਨ ਕਰਨੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਇਹ ਡਿਸੀਜਨ ਲੈਣਾ ਪੈਂਦਾ ਹੈ ਕਿ ਵਟ ਟੂ ਪ੍ਰੋਡਿਊਸ ਕਿ ਆਪਾਂ ਨੇ ਕੀ ਪ੍ਰੋਡਿਊਸ ਕਰਨਾ ਹੈ ਕਮਰਸ਼ੀਅਲ ਗੁड्स ਪ੍ਰੋਡਿਊਸ ਕਰਨੀ ਹੈ ਜਾਂ ਫਿਰ ਜੋ ਹੈ ਆਪਣੀ ਕੋਈ ਵੀ ਅਦਰ ਗੁड्स ਨੇ ਲਗਜ਼ਰੀ ਗੁड्स ਨੇ ਉਹਨਾਂ ਨੂੰ ਪ੍ਰੋਡਿਊਸ ਕਰਨਾ ਹੈ ਠੀਕ ਹੈ ਫੂਡ ਪ੍ਰੋਡਕਟਸ ਨੂੰ ਪ੍ਰੋਡਿਊਸ ਕਰਨਾ ਹੈ ਜਾਂ ਕਮਰਸ਼ੀਅਲ ਗੁड्स ਨੂੰ ਜਾਂ ਬੇਸਿਕ ਗੁड्स ਨੂੰ ਪ੍ਰੋਡਿਊਸ ਕਰਨਾ ਹੈ ਅਗਰ ਤਾਂ ਕਹਿੰਦੇ ਜਿਸ ਵੀ ਫਰਮ ਜਾਂ ਪ੍ਰੋਡਿਊਸਰਸ ਨੂੰ ਜਿਸ ਚੀਜ਼ ਦੇ ਵਿੱਚ ਫਾਇਦਾ ਹੋਏਗਾ ਮੈਕਸਿਮਮ ਸੈਟਿਸਫੈਕਸ਼ਨ ਗੇਨ ਹੋਏਗੀ ਉਹ ਉਸੇ ਤਰ੍ਹਾਂ ਦੀ ਚੀਜ਼ ਨੂੰ ਕੀ ਕਰੇਗਾ ਪ੍ਰੋਡਿਊਸ ਕਰੇਗਾ ਠੀਕ ਹੈ ਤਾਂ ਕੰਜ਼ਿਊਮਰ ਗੁड्स ਪ੍ਰੋਡਿਊਸ ਕਰੇਗਾ अगर कंज्यूमर गुड्स की डिमांड ज्यादा होगी तो वह कंज्यूमर गुड्स ਨੂੰ ਪ੍ਰੋਡਿਊਸ ਕਰੇਗਾ अगर कमर्शियल गुड्स की ਜਿਹੜੀ ਹੈ ਆਪਣੀ डिमांड ज्यादा होगी तो ਉਹ कमर्शियल गुड्स ਨੂੰ ਪ੍ਰੋਡਿਊਸ ਕਰੇਗਾ जिस चीज की डिमांड ज्यादा उस चीज ਨੂੰ देखते हुए वो उस चीज की की करेगा प्रोडक्शन स्टार्ट करेगा एंड द सेकंड इज हाउ टू प्रोड्यूस सेकंड ਜਿਹੜਾ क्वेश्चन अराइज ਹੁੰਦਾ ਉਹਦੇ ਲਈ सेकंड डिसीजन ਹੁੰਦਾ ਜੋ सेकंड प्रॉब्लम ਹੁੰਦੀ ਹੈ ਇਕਨੋਮੀ ਦੇ ਵਿੱਚ ਕਿ हाउ टू प्रोड्यूस ਕਿ प्रोडक्शन करनी ਕਿਵੇਂ ਆ प्रोडक्शन से लिए लेबर ज्यादा यूज करनी है या कैपिटल ज्यादा यूज करनी है कहते जिथे जिस इकोनॉमी दे विच लेबर ज्यादा होएगी उत्थे लेबर इंटेंसिव टेक्निक यूज होएगी क्योंकि लेबर दी वेजिस घट होणगियां ते कैपिटल उत्थे एक्सपेंसिव होएगी तद कहंदे आपां उत्थे की लेबर यूज करांगे एंड दूसरी जगह ते जिथे कैपिटल ज्यादा है उत्थे कैपिटल इंटेंसिव टेक्निक यूज होएगी ते लेबर इंटेंसिव जी टेक्निक है वो घट यूज आएगी क्योंकि कैपिटल से खर्चा घट आएगा लेबर से खर्चा वध आएगा उस तो बाद कहते जो लेबर का यूज किया जाता है तो स्किल्ड ते अनस्किल्ड लेबर है जी ਉਹਦੇ ਵੱਲ भी ध्यान दिता जाता है उस तो बाद हाउ टू प्रोड्यूस टैक्नोलॉजी का भी मेन रोल है कि कैपिटल इन्वेस्टमेंट के थ्रू आप टैक्नोलॉजिकल डेवलपमेंट करके भी अपनी प्रोडक्शन इनक्रीज कर सकते हैं तो ये है कि हाउ टू प्रोड्यूस कि किस तरह ਜਿਹੜਾ ਹੈ ਆਪਾਂ ਨੇ प्रोडक्शन करनी है तो ये रिलेटिवली जी है अपनी लेबर की प्राइस ते कैपिटल की प्राइस दोनों को कंपेयर किया जाता है जिदे कहते अपने प्रोड्यूसर्स को बैनीफिट होंदा है उसकी कॉस्ट घट होंदी है वो उस टेक्निक को की करता है यूज करता है एंड थर्ड इज फॉर होम टू प्रोड्यूस थर्ड क्वेश्चन जो अराइज होंदा इकोनॉमी दे लई वो की होंदा है कि किस फॉर होम टू प्रोड्यूस कि किस सैक्शन के लिए प्रोड्यूस करना है सोसाइटी दे विच कहंदे लार्ज नंबर ऑफ जेडे इंडिविजुअल्स ने वो रहंदे ने तां मोस्टली अपनी इकोनॉमी नू टू पार्ट्स दे विच डिवाइड किया जाता है रिच एंड पुअर्स अपर क्लास एंड लोअर क्लास तां किस क्लास के लिए प्रोड्यूस करना है अगर आप लोअर क्लास के लिए प्रोड्यूस करांगे तो इट्स मींस बेसिक गुड्स की प्रोडक्शन होएगी अगर आप अपर क्लास के लिए प्रोड्यूस करांगे तो इट्स मींस लग्जरी आइटम्स की प्रोडक्शन होएगी तो एक देखते हुए कि फॉर होम टू प्रोड्यूस अपने रिच के लिए या पुअर्स के लिए प्रोड्यूस करना है तो उत्थे साडा क्वेश्चन ए अराइज होता है तो आप उस चीज़ की प्रोडक्शन ज़्यादा करांगे जिस चीज़ की डिमांड ज़्यादा होएगी जिस दे विच प्रोड्यूसर्स की रिलेटिवली कॉस्ट घट आएगी ते प्राइस ते ज़्यादा होने कारण कहते जरा प्रॉफिट है ज़्यादा होएगा हमेशा उसी चीज़ की प्रोडक्शन जो प्रोड्यूसर है की करेगा प्रेफरेंस देगा एंड उस तो बाद है अपना दिस आर द थ्री मेन सेंट्रल प्रॉब्लम what to produce how to produce and for whom to produce and the next is the problems of growth कि growth दियां main की problems ने growth ਤੁਹਾਨੂੰ ਪਤਾ ਹੈ कि growth ਦਾ मतलब ਕੀ ਹੈ विकास ठीक है वाधा growth and development growth ਦਾ मतलब ਕੀ ਹੈ वाधा and development ਦਾ मतलब ਕੀ ਹੈ विकास ठीक है ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਗਰੋਥ ਦੀਆਂ ਮੇਨ ਪ੍ਰੋਬਲਮਸ ਕੀ ਨੇ ਆਪਣੀ ਇਕਨੋਮੀ ਦੇ ਵਿੱਚ ਜੋ ਵੀ ਕਹਿੰਦੇ ਪ੍ਰੋਬਲਮਸ ਨੇ ਚਾਹੇ ਉਹ ਲੈਸ ਇਨਵੈਸਟਮੈਂਟ ਹੈ ਠੀਕ ਹੈ ਲੈਸ ਕੈਪੀਟਲ ਇਨਵੈਸਟਮੈਂਟ ਤਾਂ ਇਟਸ ਮੀਨਸ ਥੀਸ ਆਰ ਦ ਪ੍ਰੋਬਲਮਸ ਆਫ ਗਰੋਥ ਦਾ ਮਤਲਬ ਹੈ ਕਿ ਜਦੋਂ ਪਰ ਕੈਪੀਟਲ ਇਨਕਮ ਲੋਅਰ ਹੋ ਜਾਂਦੀ ਆ ਤੇ ਪ੍ਰੋਡਕਸ਼ਨ ਸਾਡੀ ਡਿਕਰੀਜ਼ ਹੋ ਜਾਂਦੀ ਆ ਜਾਂ ਫਿਰ ਕਹਿੰਦੇ ਜਿਹੜਾ ਲਿਟਰੇਸੀ ਰੇਟ ਆ ਉਹ ਇਨਕਰੀਜ਼ ਹੋ ਜਾਂਦਾ ਹੈ ਠੀਕ ਹੈ ਜਾਂ ਆਪਣੀ ਹੈਲਥ ਫੈਸਿਲਿਟੀਜ਼ ਅੱਛੀ ਨਹੀਂ ਹੈਗੀ ਤਾਂ ਇਟਸ ਮੀਨਸ ਕਿ ਗਰੋਥ ਦਾ ਰਿਲੇਟਡ ਜੋ ਵੀ ਪ੍ਰੋਬਲਮਸ ਨੇ ਉਹਨਾਂ ਨੂੰ ਸੋਲਵ ਕਰਨਾ ਕਹਿੰਦੇ ਗਰੋਥ ਤੇ ਡਿਵੈਲਪਮੈਂਟ ਦੇ ਵਿੱਚ ਡਿਫਰੈਂਸ ਹੈ ਗਰੋਥ ਇਜ਼ ਅ ਪਾਰਟ ਆਫ ਡਿਵੈਲਪਮੈਂਟ ਡਿਵੈਲਪਮੈਂਟ ਦਾ ਹੀ ਪਾਰਟ ਹੈ ਗਰੋਥ ਦਾ ਮਤਲਬ ਹੈ ਕਿਸੇ ਵੀ ਵਨ ਐਸਪੈਕਟਸ ਦਾ ਇੰਕਰੀਜ਼ ਹੋਣਾ ਲੇਕਿਨ ਡਿਵੈਲਪਮੈਂਟ ਦਾ अर्थ है कि सारे एस्पेक्ट्स का इंक्रीज होना
ठीक है। तो ग्रोथ ਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਕਿ ਪ੍ਰੋਡਕਸ਼ਨ ਦਾ ਇਨਕਰੀਜ਼ ਹੋਣਾ, ਪ੍ਰੋਡਕਸ਼ਨ ਉਹ ਜ਼ਿਆਦਾ ਹੋਏਗੀ ਜਾਂ ਫਿਰ ਪਰ ਕੈਪੀਟਲ ਇਨਕਮ ਜ਼ਿਆਦਾ ਹੋਏਗੀ ਤਾਂ ਇਟਸ ਮੀਨਸ ਆਪਣੀ ਜਿਹੜੀ ਇਕਨੋਮੀ ਉਹ ਕੀ ਕਰੇਗੀ, ਗਰੋ ਕਰੇਗੀ। ਤਾਂ ਪ੍ਰੋਡਕਸ਼ਨਸ ਕਹਿੰਦੇ ਕਿਸ ਚੀਜ਼ ਤੇ ਡਿਪੈਂਡ ਕਰਦੀ ਹੈ, ਇਨਵੈਸਟਮੈਂਟ ਤੇ ਡਿਪੈਂਡ ਕਰਦੀ ਆ। ਤੇ ਇਨਵੈਸਟਮੈਂਟ ਕਿਸ ਚੀਜ਼ ਤੇ ਡਿਪੈਂਡ ਕਰਦੀ ਆ ਕਿ ਜਿਹੜੀ ਇਨਕਮ ਹੈ ਇੰਡੀਵਿਜੂਅਲਸ ਦੀ ਉਹਦੇ ਵਿੱਚ ਉਹ ਕਿੰਨੀ ਸੇਵਿੰਗ ਕਰਦੇ ਨੇ ਤੇ ਕਿੰਨੀ ਕੰਜ਼ੰਪਸ਼ਨ ਤੇ ਕਿੰਨੀ ਇਨਵੈਸਟਮੈਂਟ ਕਰਦੇ ਨੇ। ਅਗਰ ਇਨਵੈਸਟਮੈਂਟ ਜ਼ਿਆਦਾ ਹੋਏਗੀ ਤਾਂ ਇਟਸ ਮੀਨਸ ਪ੍ਰੋਡਕਸ਼ਨ ਜ਼ਿਆਦਾ, ਗਰੋਥ ਜ਼ਿਆਦਾ ਹੋਏਗੀ। अगर इन्वेस्टमेंट घट तो इट्स मीन प्रोडक्शन की अपनी घट होएगी, तो ग्रोथ भी की है घट होएगी। एंड उस तो बाद है अपना चॉइस बिटवीन पब्लिक एंड प्राइवेट गुड्स। कहते जो ग्रोथ होंगी है अपनी इकोनॉमी की तो वो जड़ियाँ अपनी इकोनॉमी की मिक्सड इकोनॉमी आ, तो मिक्सड इकोनॉमी के पब्लिक ते प्राइवेट सैक्टर दोनों का की होंगे रोल होंगे है। तद कहते कि अगर प्राइवेट सैक्टर फेल हो जाता इकोनॉमी की ग्रोथ के लिए, तद कहते पब्लिक सैक्टर इन्वॉल्व होंगे और डिफरेंट पॉलिसीज बनाता फॉर द डिफरेंट पार्ट्स ऑफ द इकोनॉमी, चाहे इंडस्ट्रियल हो गया, चाहे एग्रीकल्चर हो गया, प्राइमरी सेकेंडरी एंड टर्शरी तीनों सैक्टर्स के लिए जिहदे थ्रू अपनी इकोनॉमी की करती है, ग्रो करती है। तो इत्थे की हुंदा चॉइस बिटवीन पब्लिक एंड प्राइवेट गुड्स। तो पब्लिक सैक्टर ते प्राइवेट सैक्टर आपां देखदे हां। पब्लिक सैक्टर कहते वो सैक्टर है जिहड़ा अपने गवर्नमेंट के अंडर आउंदा, जिन्हां ते गवर्नमेंट का पूरा कंट्रोल हुंदा, जिहदे विच कहते गवर्नमेंट की करदा है अपनी इकोनॉमी की डेवलपमेंट ते ग्रोथ के लिए जिहड़ियां अपनियां गवर्नमेंट फिजिकल पॉलिसी के थ्रू गवर्नमेंट ते पब्लिक एक्सपेंडिचर्स किए जाते हैं किस चीज़ से, चाहे वो हॉस्पिटल्स लै लो, चाहे रोड्स लै लो, एजुकेशन लै लो, ट्रांसपोर्ट लै लो, कम्यूनिकेशन लै लो, बैंकिंग लै लो, ये सारे जिहड़े अपने खर्च ने किहदे थ्रू किए जाते हैं, पब्लिक सैक्टर के थ्रू किए जाते हैं। तो मोस्टली पब्लिक जिहड़ा सैक्टर है वो पब्लिक गुड्स ते खर्चा करता है। तो पब्लिक गुड्स ते कहते पब्लिक दा मीनस गवर्नमेंट दा की हुंदा है पूरा कंट्रोल हुंदा है। ते पब्लिक सैक्टर दा मेन मोटिव की हुंदा है कि पब्लिक गुड्स की डिस्ट्रीब्यूशनस के थ्रू जिहड़ा अपना सोशल वैलफेयर है उन्होंने इनक्रीज किया जाए, तो जिहड़ी अपनी इनकम है उन्होंने रीडिस्ट्रीब्यूट किया जा सके, इक्वली डिस्ट्रीब्यूट किया जा सके बिटवीन द रिच एंड पुअर्स, मीनस इनइक्वालिटीज ने जिहड़ियां रिच ते पुअर्स दियां उन्हां नूं डिक्रीज किया जाए। तद कहते जिहड़ा पब्लिक सैक्टर है वो जिहड़े पुअर क्लास है उन्हां नूं फ्री एजुकेशन सिस्टम, फ्री हेल्थ जिहड़ी हेल्थ फैसिलिटीज की प्रोवाइड करता है। जिहड़ी बेसिक गुड्स होंगे ने चाहे फूड शैल्टरिंग क्लोथिंग है वो भी कहते पब्लिक गुड्स पब्लिक सैक्टर्स के थ्रू ही दित्तियां जांदियां ने फॉर द सोशल वेलफेयर ते पॉवर्टी नूं रिड्यूस करन दे लई। ते उस तो इलावा जिवें कि हुण एमएसपी फिक्स करना जां फिर जिहड़ियां राशन शॉप्स ने जिन्हां ते आटा चावल मिलदा है, ठीक है, लैस कॉस्ट लैस प्राइसिस ते, ठीक है, राशन शॉप्स ते तां वो भी सारियां पब्लिक गुड्स ने जिहड़ियां वो पब्लिक सैक्टर्स के थ्रू ही दित्तियां जांदियां ने। एंड द नेक्स्ट इज द प्राइवेट गुड्स। प्राइवेट गुड्स की हुंदियां ने, प्राइवेट गुड्स वो गुड्स हुंदियां ने जिन्हां ते प्राइवेट सैक्टर दा पूरा कंट्रोल हुंदा है। तां प्राइवेट सैक्टर्स दे विच कहंदे एक इंडिविजुअल भी हो सकदा है, एक फर्म भी हो सकता है, मोनोपोली भी हो सकती है ते मोनोपोलिस्टिक मार्केट भी हो सकती है। तां प्राइवेट जिहड़े सैक्टर है वो प्राइवेट गुड्स की प्रोडक्शन उदों करदा है जिन्हां दा मेन मोटिव की हुंदा है प्रॉफिट मैक्सिमाइजेशन हुंदा है। जबकि पब्लिक गुड्स जो डिस्ट्रीब्यूट होंदियां ने तां पब्लिक सैक्टर का मेन रूल होंदा है सोशल वेलफेयर, एंड प्राइवेट सैक्टर का मेन रूल की होंदा है प्राइवेट गुड्स नूं डिस्ट्रीब्यूट करन दा, सेल करन दा, प्रॉफिट मैक्सिमाइजेशन कि किस तरह वो जिहड़ा है प्रॉफिट नूं मैक्सिमाइज कर सकन, अपनी जिहड़ी इनकम है उन्होंने इंक्रीज कर सकन। तब प्रोड्यूसर्स की ने थे, फर्म्स की ने थे मैक्सिमम सैटिस्फैक्शन है जिहड़ी वो गेन करना चाहते हैं, वो ज़्यादा प्राइसिस भी इंक्रीज कर सकते हैं जिन्होंने थ्रू उन्होंने प्रॉफिट इंक्रीज होंदा। लेकिन इकोनॉमी के विच की हो जाता है नाल दी नाल इन्फ्लेशन भी इंक्रीज हो जाता है। तद कहते इकोनॉमी के विच कहते ये भी देखा जाता है कि पब्लिक सैक्टर का रोल है जां फिर प्राइवेट सैक्टर का रोल है जां फिर अपनी जिहड़ी इकोनॉमी है वो मिक्सड इकोनॉमी है। अपनी इकोनॉमी मोस्टली मिक्सड इकोनॉमी है जिहदे विच पब्लिक ते प्राइवेट सैक्टर्स दोने ही पाए जाते हैं। एंड द नेक्स्ट इज द प्रोडक्शन पॉसिबिलिटी कर्व जिन्हों आप पीपीसी बोलते हैं। तो इतने व्हाट इज द मीनिंग ऑफ पीपीसी? पीपीसी है कि प्रोडक्शन पॉसिबिलिटी कर्व जिहड़ी वो है कि तो प्रोडक्शन का मतलब की है उत्पादन, पॉसिबिलिटी का मतलब संभावना, वक्र का मतलब कर्व, जो कर्व की शेप होंगी है वो कन्वैक्स टू ओरिजिन भी हो सकती है, कनकेव टू ओरिजिन भी हो सकती है, स्ट्रेट वर्टिकल भी हो सकती है, हॉरिजॉन्टल भी हो सकती है।
ठीक है। तो प्रोडक्शन पॉसिबिलिटी कर्व की है कि अपनी इकोनॉमी ਦੇ ਵਿੱਚ ਜਦੋਂ ਵੀ ਪ੍ਰੋਡਕਸ਼ਨ ਹੁੰਦੀ ਹੈ ਤਾਂ ਪ੍ਰੋਡਕਸ਼ਨ ਨਾਲ ਰਿਲੇਟਡ ਮੇਨ ਪ੍ਰੋਬਲਮਸ ਕੀ ਹੁੰਦੀਆਂ ਨੇ ਕਿ ਜਿਹੜੇ ਆਪਣੇ ਰਿਸੋਰਸਿਸ ਨੇ ਉਹ ਸਕਾਰਸ ਨੇ, ਜਿਹੜੇ ਰਿਸੋਰਸਿਸ ਨੇ ਪ੍ਰੋਡਕਸ਼ਨਸ ਦੇ ਉਹ ਲਿਮਿਟਡ ਨੇ, ਚਾਹੇ ਲੇਬਰ ਲੈ ਲਈਏ ਚਾਹੇ ਕੈਪੀਟਲ ਲੈ ਲਈਏ। द प्रोडक्शन पॉसिबिलिटी अवेलेबल ऑफ अ कंट्री, कहते एक कंट्री की प्रोडक्शन पॉसिबिलिटी कर्व है जी अपन इतने दिखाएगी आ। तो इतने तुम डिफरेंट कॉम्बीनेशंस देख सकते हैं टू गुड्स के एक्स एंड वाई के, जिन्हों की एक प्रोड्यूसर्स है जी एक कंट्री है जी प्रोडक्शन कर रही है, जिन्हों तो उस कंट्री को सेम सैटिस्फैक्शन मिल रही है। तो पीपीसी कर्व सानू टू गुड्स के डिफरेंट जो कॉम्बीनेशंस ने उन्होंने दिखाती है जो प्रोड्यूस करती है। तो कॉम्बीनेशंस इतने की ने 7 कॉम्बीनेशंस ने, ठीक है, 7 पॉइंट्स ने अपने पीपीसी कर्व पे, दैट इज द 1 2 3 4 5 6 7। एंड उस तो बाद टू गुड्स की प्रोडक्शन कर रही है कंट्री। द फर्स्ट गुड है एलईडी, ठीक है, जिन्हों पर नंबर्स एल लिता हुआ है। एंड सैकेंड जी है अपनी कमोडिटी, दैट इज द कंप्यूटर, जिन्हों पर मॉनिटर कहते हैं, एम कंप्यूटर्स पे मॉनिटर। तो मॉनिटर्स की प्रोडक्शन के इंक्रीज के लिए आपको जी है एलईडी उसकी प्रोडक्शन को डिक्रीज करना पएगा, क्योंकि रिसोर्सिस की ने लिमिटेड ने। अगर मेरे को 1 लाख रुपीज़ मैं सिर्फ एलईडी प्रोड्यूस करती हूँ तो मॉनिटर्स 0 प्रोड्यूस करती हूँ। तो अगर मैं हूँ सैकेंड कॉम्बीनेशन 14 मॉनिटर्स प्रोड्यूस करने ने एंड 20, तो फिर मैंने की करना पएगा अपनी जी एलईडी है उन्होंने क्वांटिटी को डिक्रीज करना पएगा। तो तुम सैकेंड कॉम्बीनेशन से देख सकते हो कि 30 to 25 मैं मॉनिटर्स 5 मॉनिटर्स जो एलईडीज है मैं और रिड्यूस की उन्होंने जगह पे 14 जो मॉनिटर्स ने उन्होंने प्रोडक्शन मैं इनक्रीज किया। तो इतने सैक्रीफाइस लिखा हुआ है, ठीक है, जो लॉस ऑफ एम फॉर ईच एडिशनल एल प्रोड्यूस कि एल की प्रोडक्शन के लिए एम की प्रोडक्शन के लिए एल के कितना लॉस है तो वो दिखाया हुआ है। एंड उस बाद लॉस ऑफ एल फॉर ईच एडिशनल एम प्रोड्यूस नंबर्स दिखाया है, तो लॉस दिखाया है तो गेन दिखाया है। तो इतने तुम देख सकते हो डायग्राम ओ एक्स कंप्यूटर दिखाए ने मॉनिटर्स एंड ओ वाई एक्सिस से एलईडी इन नंबर्स के दिखाई ने। तो जी साडी पीपीसी कर्व है वो साडी प्रोडक्शन पॉसिबिलिटी कर्व नु शो कर रही है। तो फर्स्ट तुम देख सकते हो 2 पॉइंट्स ने सी एंड डी, सी एंड बी जेडे पॉइंट्स ने वो डिफरेंट कॉम्बिनेशंस नु जेडे वो शो कर रहे हैं। एंड द नेक्स्ट इज करैक्टरिस्टिक्स ऑफ प्रोडक्शन पॉसिबिलिटी कर्व की पीपीसी कर्व दी जड़ियां है की फीचर्स ने। तो इतने तुम देख सकते हो कि जो है मेन 2 फीचर्स ने डाउनवर्ड स्लोपिंग्स फ्रॉम लैफ्ट टू राइट की जी अपनी पीपीसी कर्व है डाउनवर्ड स्लोपिंग होंगी फ्रॉम द लैफ्ट टू राइट। तुम इतने देख सकते हो डाउनवर्ड स्लोपिंग है फ्रॉम लैफ्ट टू राइट 30 to 30 एंड 35 to 35। इट्स मीन्स ये डाउनवर्ड स्लोपिंग इस करके है क्योंकि आप की करते हैं एक चीज की प्रोडक्शन इनक्रीज करने के लिए सानू दूसरी चीज की प्रोडक्शन डिक्रीज करनी पैंदी है। तद ही इनवर्स रिलेशनशिप है प्रोडक्शन दे विच मॉनिटर्स की प्रोडक्शन इनक्रीज करने एलईडी की प्रोडक्शन को डिक्रीज करना। इस करके की है साडी जिहड़ी पीपीसी कर्व है लेफ्ट टू राइट डाउनवर्ड। डज प्रोडक्शन टेक प्लेस ओनली द पीपीसी कर्व? यस, कहते जी अपनी प्रोडक्शन है ओनली पीपीसी कर्व ते ही होएगी। कहते अंडर पीपीसी कर्व दे अंदर ते बाहर नहीं होएगी। तो रीजन की ने तो इक्विलिब्रियम दी पोजीशन ते असी सिर्फ पीपीसी कर्व ते ही होवांगे। अगर अंडर जा बाहर हुई तो की होएगा, जिवें कि तुम डायग्राम दे विच देख सकते हो ओ एक्स अक्ष ते गुड एक्स है, एक्स की प्रोडक्शन हो रही है, ओ वाई ते गुड वाई की प्रोडक्शन हो रही है। तो जी साडी पीपीसी कर्व है दैट इज अ एडी, एडी इज अ पीपीसी कर्व। तो एडी ते जिन्ने भी पॉइंट्स ने वो सानू है 2 गुड्स ते जिहड़े है प्रोडक्शन पॉसिबिलिटी दिखा रही है कि आपां ए कॉम्बिनेशंस को प्रोड्यूस कर सकते हैं। एक्स दी एफ पॉइंट ते एन क्वांटिटी ते वाई दी एन क्वांटिटी एंड नेक्स्ट पॉइंट ते एन क्वांटिटी एक्स दी ते एन दी क्वांटिटी वाई दी प्रोड्यूस कर रहे हैं, जिन्हों तो प्रोड्यूसर को सेम सैटिस्फैक्शन मिलती है। तब कहते अगर पीपीसी कर्व ते कोई भी पॉइंट होएगा तो वो इक्विलिब्रियम ते होएगा, प्रोड्यूसर को सेम सैटिस्फैक्शन गेन करेगा दोनों को। तो जो रिसोर्सिस यूज करेगा वो फुली एंड एफिशिएंटली यूटिलाइज करेगा। अगर पीपीसी ते वो प्रोडक्शन कर रहा है तो इट्स मीन्स वो प्रॉपर यूज कर रहा है रिसोर्सिस दा, एफिशिएंटली यूटिलाइज कर रहा है रिसोर्सिस। जी 1.4 एंड 1.5 डायग्राम्स है। 1.4 डायग्राम है जी एंड 1.5 उन्होंने ओ एक्सिस से सेम गुड एक्स लीती हुई है, ओ वाई ते गुड वाई लीती हुई है। तो 1.4 डायग्राम फर्स्ट डायग्राम जो लैफ्ट साइड पे है तो देख सकते हो कि जी है अपनी
AB curve is the initial possibility curve, production possibility curve। कहते उस तो बाद production possibility curve ਦੇ ਵਿੱਚ increase ਹੋ ਗਿਆ, ਜਿੱਦੇ ਕਰਕੇ PPC curve ਆਪਣੀ ਕੀ ਆ rightward shift ਹੋਗੀ। ਜਦੋਂ production possibility curve ਦੇ ਵਿੱਚ increase ਹੋਏਗਾ ਤਾਂ PPC curve ਕੀ ਹੈ ਸਾਡੀ ਉਹ right ਹੋਏਗੀ, ਜਿਵੇਂ ਕਿ AA ਤੋਂ diagram shift ਹੋ ਕੇ ਕੀ ਹੋਗੀ right side A1 PPC curve shift ਹੋਗੀ। ਤਾਂ this is the increase in production। ਤਾਂ ਇਹਦਾ reason ਕੀ ਹੋ ਸਕਦਾ ਹੈ ਕਿ ਜਦੋਂ technological improvement ਹੈ, मीनस अपनी जी प्रोडक्शन के रिसोर्सिस ने तो स्कार्स ने, मीनस इन्वेस्टमेंट तो सेम है, लेकिन टेक्निकल इंप्रूवमेंट करके अपनी एफिशिएंसी, वर्किंग एफिशिएंसी दे इंक्रीज होने करके, स्किल्स इंक्रीज होने करके अपनी जी प्रोडक्टिविटी वो इंक्रीज होने लगती है, जिससे करके अपनी पीपीसी कर्व भी किया राइट वर्ड शिफ्ट हो जाती है, न्यू इन्वेंशन से करके है ना, न्यू इन्वेस्टर्स से करके एंड न्यू टेक्नोलॉजी दे करके जी है अपनी पीपीसी कर्व वो राइट वर्ड शिफ्ट होएगी AB तो A1 B1। एंड उस तो बाद सैकेंड डायग्राम ਦੇ ਵਿੱਚ 1.5 ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੀ ਫਰਸਟ ਪ੍ਰੋਡਕਸ਼ਨ ਪੋਸਿਬਿਲਿਟੀ ਕਰਵ ਹੈ, ਦੈਟ ਇਜ਼ ਅ AB। ਤੇ ਕਹਿੰਦੇ ਜਿਹੜਾ ਹੈ ਮਿਕਸਡ ਇਕਨੋਮੀ ਦੇ ਵਿੱਚ ਕੈਪੀਟਲਿਸਟ ਇਕਨੋਮੀ ਹੈ, ਜਿਨ੍ਹਾਂ ਦੇ ਵਿੱਚ ਕੈਪੀਟਲ ਇਨਵੈਸਟ ਕੀਤੀ ਜਾਂਦੀ ਹੈ ਥਰੂ ਦਾ ਪਬਲਿਕ ਐਂਡ ਪ੍ਰਾਈਵੇਟ ਸੈਕਟਰਸ, ਤੇ ਜਿਨ੍ਹਾਂ ਦੇ ਜਿਹੜੇ ਆਬਜੈਕਟਿਵਸ ਨੇ ਉਹ ਕੀ ਹੁੰਦੇ ਨੇ, ਡਿਫਰੈਂਟ ਹੁੰਦੇ ਨੇ। ਤਾਂ ਇੱਕ ਤੋਂ ਬਾਅਦ ਹੈ ਇਕਨੋਮਿਕ ਮੈਥੋਡੋਲੋਜੀ ਐਂਡ ਇਕਨੋਮਿਕ ਲਾਜ਼। ਕਹਿੰਦੇ ਇਕਨੋਮੀ ਦੇ ਵਿੱਚ ਕੀ ਹੈ, ਇਕਨੋਮਿਕਸ ਮੈਥੋਡੋਲੋਜੀ ਯੂਜ਼ ਕੀਤੀ ਜਾਂਦੀ ਹੈ, ਇਕਨੋਮਿਕ ਲਾਜ਼ ਯੂਜ਼ ਕੀਤੇ ਜਾਂਦੇ ਨੇ, ਠੀਕ ਹੈ। ਇਕਨੋਮਿਕ ਸਟੈਬਲਾਈਜੇਸ਼ਨ ਦੇ ਲਈ, ਇਕਨੋਮਿਕ ਗਰੋਥ ਐਂਡ ਡਿਵੈਲਪਮੈਂਟ ਦੇ ਲਈ ਇਕਨੋਮਿਕ ਪਾਲਿਸੀਜ਼ ਯੂਜ਼ ਕੀਤੀ ਜਾਂਦੀਆਂ ਨੇ, 5 ਈਅਰ ਪਲਾਨਸ ਯੂਜ਼ ਕੀਤੇ ਜਾਂਦੇ ਨੇ, ਮੋਨਿਟਰੀ ਐਂਡ ਫਿਜ਼ੀਕਲ ਪਾਲਿਸੀ ਯੂਜ਼ ਕੀਤੀ ਜਾਂਦੀ ਆ, ਠੀਕ ਹੈ। ਸਾਇੰਟੀਫਿਕ ਵੇ ਦੇ ਨਾਲ ਵਰਕ ਕੀਤਾ ਜਾਂਦਾ ਹੈ, ਠੀਕ ਹੈ। ਐਂਡ ਰੂਲਸ ਅਪਲਾਈ ਕੀਤੇ ਜਾਂਦੇ ਨੇ, ठीक है, जिवें कि कंज्यूमर प्रोडक्शन एक्ट हो गया, MSP हो गया। एंड उस तो बाद है इंडक्टिव एंड डिडक्टिव रीजनिंग यूज की जाती है, मतलब इकोनॉमी दे विच जो भी प्रॉब्लम्स ने, जो भी उनके रीजनस ने, उन्हां दे लई 2 मैथड्स यूज किए जाते हैं, दैट इज द इंडक्टिव एंड डिडक्टिव रीजनिंग भी कह सकते हैं अपन, इंडक्टिव एंड डिडक्टिव मैथड्स भी कह सकते हैं। तो इकोनॉमिक्स दे विच कहंदे इकोनॉमी नाल रिलेटेड जो भी प्रॉब्लम्स ने उन्हां दे सॉल्यूशंस एंड जो है रीजनस नूं चेक किया जाता है, कॉजेस नूं चेक किया जाता है। तो इंडक्टिव ते डिडक्टिव मैथड्स दा की मीनिंग है, रीजनिंग दा की मीनिंग है। इत्थे इंडक्टिव दे विच डाउन टू अप जाने आपां, सौखे तो औखे वाल जाने आ, ठीक है। ते आपां डिडक्टिव दे विच औखे तो सौखे वाल आउने आपां, टू रूल टू एग्जाम्पल्स वाल आवांगे, ते आपां जनरल टू स्पेसिफिक वाल आवांगे, ठीक है। एंड अप्स टू डाउन वाल आवांगे। फॉर एग्जाम्पल नाउन जो टीचर्स ने समझाने ने तो सब तो पहला वो नाउन्स बारे दसेगा, नाउन्स की डेफिनेशन दसेगा, नाउन्स के रूल्स दसेगा, ते उस तो बाद वो बोलेगा कि हाँ जी तुसी मैनू हुण नाउन्स दे विच जो भी आंदे ने वो वर्ड्स दसो, नाम दसो, तां सारे बच्चे उन्हां नूं नाम दसणगे। तां इस तरह इकोनॉमिक्स दे विच इंडक्टिव ते डिडक्टिव रीजनिंग्स दे मैथड्स ने जिहड़े वो यूज कीते जांदे ने। इंडक्टिव दे विच सौखे तो औखे वाल जाना, सधारण तो विशिष्ट वाल, ते डिडक्टिव दे विच विशिष्ट तो सधारण वाल, इन्हां नूं आपां आगमन ते निगमन विधियां भी कहंदे आ। ਤੇ ਉਸ ਤੋਂ ਬਾਅਦ ਇਕੁਇਲਿਬ੍ਰੀਅਮ, ਕਹਿੰਦੇ ਇਕਨੋਮੀ ਦੇ ਵਿੱਚ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਵੀ ਚੈੱਕ ਕੀਤੀ ਜਾਂਦੀ ਆ। ਇਕਨੋਮੀ ਦੇ ਵਿੱਚ ਇਕੁਇਲਿਬ੍ਰੀਅਮ ਉਦੋਂ ਹੁੰਦਾ ਹੈ ਜਦੋਂ ਕਹਿੰਦੇ ਇਕਨੋਮੀ ਦੇ ਵਿੱਚ ਟੋਟਲ ਜਿਹੜੀ ਡਿਮਾਂਡ ਹੁੰਦੀ ਆ ਉਹ ਟੋਟਲ ਸਪਲਾਈ ਦੇ ਇਕੁਅਲ ਹੁੰਦੀ ਆ, ਤਦ ਇਕਨੋਮੀ ਕਿਹਦੇ ਵਿੱਚ ਹੁੰਦੀ ਆ, ਇਕੁਇਲਿਬ੍ਰੀਅਮ ਦੀ ਪੋਜੀਸ਼ਨ ਦੇ ਵਿੱਚ ਹੁੰਦੀ ਆ। ਦੂਸਰੀ ਟਾਈਮ ਕਹਿੰਦੇ ਇੱਕ ਦੂਸਰੇ ਪਾਸੇ ਕਹਿੰਦੇ ਇਕਨੋਮੀ ਦੇ ਵਿੱਚ ਪ੍ਰੋਡਿਊਸਰ ਇਕੁਇਲਿਬ੍ਰੀਅਮ ਵੀ ਹੁੰਦਾ, ਕੰਜ਼ਿਊਮਰ ਇਕੁਇਲਿਬ੍ਰੀਅਮ ਵੀ ਹੁੰਦਾ। ਪ੍ਰੋਡਿਊਸਰ ਇਕੁਇਲਿਬ੍ਰੀਅਮ ਉਦੋਂ ਹੋਏਗਾ ਜਦੋਂ ਜਿਹੜਾ ਪ੍ਰੋਡਿਊਸਰਸ ਹੈ ਉਹ ਬੈਸਟ ਜਿਹੜੀ ਹੈ ਪ੍ਰੋਡਕਸ਼ਨ ਕਰਦਾ, ਉਹ ਆਪਣੇ ਰਿਸੋਰਸਿਸ ਨੂੰ ਇਸ ਤਰ੍ਹਾਂ ਯੂਜ਼ ਕਰਦਾ ਕਿ ਉਹ ਪ੍ਰੋਫਿਟ ਮੈਕਸਿਮਾਈਜੇਸ਼ਨ ਲੈਂਦਾ, ਮੀਨਸ ਵੱਧ ਤੋਂ ਵੱਧ ਉਹਨੂੰ ਪ੍ਰੋਫਿਟ ਆਉਂਦਾ। ਜਦੋਂ ਉਹਦੀ ਕਾਸਟ ਘੱਟ ਤੋਂ ਘੱਟ ਹੁੰਦੀ ਆ, ਪ੍ਰੋਡਕਸ਼ਨ ਜ਼ਿਆਦਾ ਤੋਂ ਜ਼ਿਆਦਾ ਹੁੰਦੀ ਆ, ਤੇ ਉਹਦੀ ਪ੍ਰੋਡਕਸ਼ਨ ਦੀ ਇਕੁਅਲ ਹੀ ਉਹਦੀ ਡਿਮਾਂਡ ਹੁੰਦੀ ਹੈ। ਕੰਜ਼ਿਊਮਰਸ ਮੈਕਸਿਮਮ ਸੈਟੀਸਫੈਕਸ਼ਨ ਵੀ ਹੁੰਦਾ, ਐਂਡ ਕੰਜ਼ਿਊਮਰਸ रिसोर्सिस ते यूज करता है, जिस तो कहते मिलन वाली जी है सैटिस्फैक्शन ओदे ना वस्तुओं ते कीती जाने वाली जी प्राइस पे है ओदे इक्वल हुंदी है। सैटिस्फैक्शन इक्वल टू प्राइस हुंदी है, तो कंज्यूमर जिहड़ा है वो इक्विलिब्रियम दी पोजीशन ते हुंदा ते अपने वर्तमान बिहेवियर नूं सब तो ज्यादा वधिया बनदा है। तो इस तरह जिहड़ी है अपनी इक्विलिब्रियम दी पोजीशन इकोनॉमी दे विच हुंदी है। ਤੇ ਉਸ ਤੋਂ ਬਾਅਦ ਨੈਕਸਟ ਹੈ ਕਨਸੈਪਟ ਆਫ ਇਕੁਇਲਿਬ੍ਰੀਅਮ। ਕਹਿੰਦੇ ਇਕੁਇਲਿਬ੍ਰੀਅਮ ਸੇ 2 ਕਨਸੈਪਟਸ ਨੇ, ਪਾਰਸ਼ੀਅਲ ਐਂਡ ਜਨਰਲ ਇਕੁਇਲਿਬ੍ਰੀਅਮ। ਪਾਰਸ਼ੀਅਲ ਇਕੁਇਲਿਬ੍ਰੀਅਮ ਦੇ ਵਿੱਚ ਆਪਾਂ 1 ਮਾਰਕੀਟ ਦਾ ਇਕੁਇਲਿਬ੍ਰੀਅਮ ਦੇਖਦੇ ਹਾਂ, 1 ਇੰਡੀਵਿਜੂਅਲ ਦਾ ਇਕੁਇਲਿਬ੍ਰੀਅਮ ਦੇਖਦੇ ਹਾਂ, ਐਂਡ ਜਨਰਲ ਇਕੁਇਲਿਬ੍ਰੀਅਮ ਦੇ ਵਿੱਚ ਆਪਾਂ ਆਲ ਇੰਡੀਵਿਜੂਅਲਸ ਐਂਡ ਆਲ ਮਾਰਕੀਟਸ ਦੇ ਵਿੱਚ ਕਹਿੰਦੇ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਦੇਖਦੇ ਹਾਂ, ਚਾਹੇ ਉਹ ਪ੍ਰੋਡਿਊਸਰਸ ਨੇ, ਚਾਹੇ ਕੰਜ਼ਿਊਮਰਸ ਨੇ, ਚਾਹੇ ਇਕਨੋਮੀ ਆ।
एंड उस तो बाद है पॉजिटिव वर्सिस नॉर्मेटिव इकनॉमिक्स। पॉजिटिव जी अपनी इकनॉमिक्स है वो पॉजिटिव भी है तो नॉर्मेटिव भी है। पॉजिटिव इकनॉमिक्स है कि ये सानू सिट्टियां के बारे पता लगता है कि व्हाट इज दिस कि ये है कि रीजन की ने जिमें कि प्राइस इंक्रीज हुई है तो प्राइस ऑयल की प्राइस इंक्रीज होगी तो ऑयल की प्राइस इंक्रीज होने का मेन रीजन की है ऑयल की सप्लाई का घटना तो डिमांड का ज्यादा होना दैट इज अ फैक्ट तो ये पॉजिटिव है। नॉर्मेटिव मीनस कि ऑयल की प्राइस कितना डिक्रीज कर सकते हैं पता इट्स मीनस ऑयल की डिमांड डिक्रीज की जाए तो डिमांड डिक्रीज करने के लिए मॉनेटरी पॉलिसी मनी की सप्लाई कट करना गवर्नमेंट एक्सपेंडिचर करना घट करना कहते ये नॉर्मेटिव जेडे इकनॉमिक्स के विच जेडे अपने सोल्यूशंस ने कहते प्रॉब्लम सॉल्व करने जो प्रोवाइड किए जाते हैं ते कहते अपनी की है जी इकनॉमिक्स है वो पॉजिटिव ते नॉर्मेटिव साइंस है ते ये आर्ट भी है ते जेडे आदर्श है विज्ञान भी है क्योंकि ये कहते की आ वो सिट्टे अप्लाई भी कर दिते जाते हैं। एंड जी अपनी इकनॉमिक्स है उन्होंने टू पार्ट्स के विच डिवाइड किया हुआ है माइक्रो एंड मैक्रो इकनॉमिक्स जिन्होंने आप व्यष्टि और समष्टि अर्थशास्त्र कहते हैं। तो व्यष्टि अर्थशास्त्र के विच कहते माइक्रो का मतलब है स्मॉल एंड मैक्रो का मतलब है लार्ज। तो माइक्रो के विच आप इंडिविजुअल्स लैवल ते स्मॉल लैवल ते वन इंडिविजुअल्स वन फर्म वन प्रोड्यूसर्स ठीक है इन्हां दी स्टडी करते हैं। एंड मैक्रो लैवल ते आप ऑल इंडिविजुअल्स ऑल इकोनॉमी के जिन्ने भी प्रोड्यूसर्स ने कंज्यूमर्स ने एग्रीगेट इन्हां दी स्टडी करते हैं तो जो भी इकोनॉमी नाल प्रॉब्लम्स ने चाहे पॉवर्टी आ अनएम्प्लॉयमेंट आ प्राइस लैवल है ठीक है उन्हां दी स्टडी करते हैं। एंड स्टॉक एंड फ्लोज के विच भी डिफरेंट है। स्टॉक्स का मतलब है किसी चीज का इकट्ठ किसी पर्टिकुलर टाइम पीरियड के विच कि साडे कोल इन्ना एनी कैपिटल है दिस इज अ स्टॉक। एंड फ्लोज का मतलब जो कहते ईयरली साडे कोल की कैपिटल फ्लो होंदी है जिवें कि फॉर एग्जांपल एक वाटर टैंक के विच पानी भरिया हुआ है तो आप कह सकते कि वाटर टैंक के विच पानी का स्टॉक है इन्ना पानी इकट्ठा है। अगर कोई टैप चलती है तो इट्स मीन्स वो वाटर का फ्लो हो रहा है दिस इज अ फ्लो। उसके बाद है स्टैटिक एंड डायनामिक्स जेडी साडी इकनॉमिक्स है कई इकोनॉमिस्ट का कहना है कि ये स्टैटिक है कई इकोनॉमिस्ट का कहना है कि ये डायनामिक है। स्टैटिक्स का मतलब कि इकनॉमिक्स के विच स्टैबलाइजेशन है चाहे वो प्राइस के विच है चाहे वो डिमांड के विच है चाहे वो सप्लाई के विच है मीनस जो आप अप्लाई कर रहे हैं स्टैटिक मीनस ये परिवर्तन नहीं आता। कई कहते हैं कि हाँ इकनॉमिक्स इज द डायनामिक कि इकनॉमिक्स डायनामिक है क्योंकि ये चेंज आता है इकनॉमिक एक्टिविटीज भी चेंज आउंदियां ने जी अपनी ऑटोमैटिकली फ्री मार्केट फोर्सिस ने उन्होंने थ्रू जी डिमांड एंड सप्लाई है वो इंक्रीज डिक्रीज करती है। तो डिमांड एंड सप्लाई के विच की इंक्रीज डिक्रीज होंदा है जिहदे करके अनस्टेबिलिटी रहती है प्राइस के विच भी इंक्रीज डिक्रीज होंदा है एंड इन्फ्लेशन एंड डिफ्लेशन भी की है आंदा है। तो ये स्टैटिक ते डायनामिक इकनॉमिक्स कहा जाता है। तो आइए असीं अपना अज का टॉपिक जिहदे विच आपां ने सब तो पहला की कीता है कि व्हाट इज इकनॉमिक्स कि इकनॉमिक्स है कि इकनॉमिक्स एक्टिविटीज नाल रिलेटेड है ह्यूमंस नाल रिलेटेड है। एंड स्टार्ट जी इकनॉमिक्स के थ्री डेफिनेशंस ने जो थ्री इकोनॉमिस्ट ने दित्तियां ने ठीक है। एडम स्मिथ ने अपनी है जो वेल्थ नाल रिलेटेड डेफिनेशन दित्ती है रॉबिन्स ने स्कार्सिटी नाल रिलेटेड डेफिनेशन दित्ती है ठीक है। एंड मार्शल ने सोशल वेलफेयर दे नाल डेफिनेशन रिलेटेड एंड प्रोडक्शंस जो फोर फैक्टर ऑफ प्रोडक्शंस को यूज करके टोटल सप्लाई टोटल प्रोडक्शन आउटपुट की जाती है। सेंट्रल प्रॉब्लम्स मोस्टली थ्री मेन सेंट्रल प्रॉब्लम्स ने व्हाट टू प्रोड्यूस हाउ टू प्रोड्यूस एंड फॉर होम टू प्रोड्यूस। एंड द नेक्स्ट इज प्रॉब्लम ऑफ इकोनॉमिक ग्रोथ नाल रिलेटेड बहुत सारी प्रॉब्लम्स आउंदियां ने इकोनॉमी दे विच तो उस तो कंट्रीब्यूशन किसदा हुंदा है पब्लिक एंड प्राइवेट सैक्टर दा हुंदा है पब्लिक एंड जेहड़ी प्राइवेट गुड्स ने जिहड़ियां वो प्रोड्यूस कीती जांदियां ने। एंड प्रोडक्शन पॉसिबिलिटी कर्व पीपीसी कर्व सानू टू डिफरेंट गुड्स ते उन्हां सारे कॉम्बिनेशंस नु शो करता है जो जिन्हां नु प्रोड्यूसर प्रोड्यूस करता है ते जिन्हां दी प्रोडक्शन तो सेम सैटिस्फैक्शन गेन करता है। ते जिहड़ी अपनी पीपीसी कर्व है इहदे मेन टू फीचर्स ने ए लेफ्ट राइट की हुंदी है डाउनवर्ड हुंदी है एंड कॉनकेव टू हॉरिजन हुंदी है। ते पीपीसी कर्व स्ट्रेट लाइन भी हो सकती है जो दोनों दे विच इक्वली इंक्रीज एंड डिक्रीज है। पीपीसी कर्व ते जिन्ने भी पॉइंट्स ने उत्थे ही कहंदे जिहड़ा है अपना प्रोड्यूसर मैक्सिमम सैटिस्फैक्शन गेन करेगा इक्विलिब्रियम दी पोजीशन पे होएगा। अगर पीपीसी कर्व तो अंडर कोई पॉइंट होएगा दैट मींस द अंडर यूटिलाइजेशन ऑफ रिसोर्सेज मींस जितने भी साडे को रिसोर्सेज ने आपा प्रॉपर यूटिलाइजेशन उन्हां दी नहीं कर रहे ते पीपीसी तो वहां या नॉट अटेनेबल पॉइंट है। पीपीसी कर्व शिफ्ट भी हो सकती है पीपीसी कर्व प्रोडक्शन पॉसिबिलिटी कर्व दे विच इंक्रीज ते डिक्रीज भी हो सकता है लेफ्ट एंड राइट साइड ड्यू टू टेक्निकल प्रोग्रेस जिवें कि तुसीं इन्हां डायग्राम्स दे विच देख सकते हो।
एंड एलोकेशन रिसोर्सिस ਦੇ ਵਿੱਚ ਕਹਿੰਦੇ ਆਪਣੀ ਇਕਨੋਮੀ ਮਿਕਸਡ ਇਕਨੋਮੀ ਆ ਪਬਲਿਕ ਐਂਡ ਪ੍ਰਾਈਵੇਟ ਸੈਕਟਰਸ ਦੋਨਾਂ ਦਾ ਰੋਲ ਹੈ ਐਂਡ ਇਹਦੇ ਵਿੱਚ ਇੰਡਕਟਿਵ ਤੇ ਡਿਡਕਟਿਵ ਜਿਹੜੇ ਮੈਥਡਸ ਨੇ ਯੂਜ਼ ਕੀਤੇ ਜਾਂਦੇ ਨੇ ਆਗਮਨ ਐਂਡ ਨਿਗਮਨ ਸਪੈਸੀਫਿਕ ਟੂ ਜਨਰਲ ਐਂਡ ਜਨਰਲ ਟੂ ਸਪੈਸੀਫਿਕ इक्विलिब्रियम दी पोजीशंस प्रोड्यूसर इक्विलिब्रियम कंज्यूमर इक्विलिब्रियम एंड इकोनॉमी दे विच इक्विलिब्रियम पार्शियल एंड जनरल इक्विलिब्रियम देखा जाता है पॉजिटिव वर्सेस नॉर्मेटिव इकोनॉमिक्स है एंड एज वेल एज आर्ट भी है माइक्रो ते मैक्रो टू पार्ट्स दे विच अपनी इकोनॉमिक्स नु डिवाइड किया है माइक्रो मीन्स स्मॉल एंड मैक्रो मीन्स लार्ज स्टॉक्स एंड फ्लोज की गल की गई एंड स्टैटिक एंड डायनामिक इकोनॉमिक्स किया कई इकोनॉमिस्ट का कहना है कि स्टैटिक है एंड कई दा डायनामिकली मोस्टली इकोनॉमिक्स डायनामिक है क्योंकि इहदे विच डिमांड एंड सप्लाई अकॉर्डिंग टू टाइम एंड फ्लक्चुएशन चेंज होंदे ने। ये सी अपना अज दा टॉपिक जो इत्थे ही खत्म हुंदा है। धन्यवाद।